ਗੱਲ ਜਿਹੜੇ ਵਾਕਈ ਇਸ ਪੂਰੇ ਜਿਹੜੇ ਕਰੋਨਾ ਵਾਇਰਸ ਦੇ ਕਹਿਰ ਦੇ ਵਿੱਚ ਆਸਟ੍ਰੇਲੀਆ ਵਰਗੇ ਵਿਕਸਿਤ ਦੇਸ਼ ਦੇ ਵਿੱਚ ਮੈਂ ਕਹੂੰਗਾ ਕਿ ਉੱਥੇ ਰਹਿੰਦੇ ਹੋਏ ਵੀ ਉਹ ਜਿਹੜੀਆਂ ਸਰਕਾਰ ਵੱਲੋਂ ਦਿੱਤੇ ਗਏ ਜਿਹੜੇ ਲਾਭ ਨੇਗੇ ਲੋਕਾਂ ਨੂੰ, ਉਹਨਾਂ ਦਾ ਫਾਇਦਾ ਨਹੀਂ ਉਠਾ ਪਾ ਰਹੇ। ਉਹਨਾਂ ਦੀ ਗੱਲ ਮੇਰੇ ਨਾਲ ਅੱਜ ਜਿਨ੍ਹਾਂ ਨੇ ਰਾਬਤਾ ਬਣਾਇਆ, ਬਚਿੱਤਰ ਕੌਹਾਰ ਜੀ ਪੰਜਾਬੀ ਟ੍ਰਿਬਿਊਨ ਨੂੰ ਰਿਪਰੈਜ਼ੈਂਟ ਕਰਦੇ ਨੇ ਜੀ ਐਡੀਲੇਡ ਤੋਂ, ਆਸਟ੍ਰੇਲੀਆ ਤੋਂ, ਤੇ ਇਸੇ ਤਰ੍ਹਾਂ ਹੀ ਮੇਰੇ ਨਾਲ ਆਪਣੀ ਟੀਮ ਦੇ ਵਿੱਚੋਂ ਅੰਚਲ ਰਾਣੀ ਜੀ ਉਹ ਮੇਰੇ ਨਾਲ ਨੇ, ਤੇ ਦੋਨਾਂ ਨੂੰ ਆਪਾਂ ਕਹੀਏ ਵੈਲਕਮ ਔਰ ਆਪਾਂ ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਸ਼ੁਰੂ। ਹਾਂਜੀ ਕੌਹਾਰ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰਾਬਤਾ ਰੇਡੀਓ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਲਾਈਵ ਲਿਆ। ਅੰਚਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰੋਬੀ ਜੀ, ਸਤਿ ਸ਼੍ਰੀ ਅਕਾਲ ਕੌਹਾਰ ਸਾਹਿਬ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਇਸ ਟੀਮ ਦੇ ਨਾਲ ਜੁੜਨ ਤੇ ਅੱਜ ਦੀ ਇਸ ਚਰਚਾ ਦੇ ਵਿੱਚ ਕੌਹਾਰ ਸਾਹਿਬ, ਤੇ ਸਤਿ ਸ਼੍ਰੀ ਅਕਾਲ, ਧੰਨਵਾਦ ਰੋਬੀ ਜੀ ਜਿਹੜਾ ਤੁਸੀਂ ਮੈਨੂੰ ਜੁਆਇਨ ਕੀਤਾ। ਤੇ ਸਹੀ ਗੱਲ ਹੈ, ਬਹੁਤ ਵਧੀਆ ਮੁੱਦਾ ਹੈ ਜਿਸ ਦੇ ਬਾਰੇ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ। ਤੇ ਸਭ ਤੋਂ ਪਹਿਲਾਂ ਰੋਬੀ ਜੀ ਤੁਸੀਂ ਸ਼ੁਰੂਆਤ ਕਰੋ। ਜੀ ਬਿਲਕੁਲ, ਜਿੱਦਾਂ ਸਭ ਤੋਂ ਪਹਿਲਾਂ ਤਾਂ ਖੁਸ਼ੀ ਦੀ ਗੱਲ ਇਹ ਹੈ ਕਿ ਆਸਟ੍ਰੇਲੀਆ ਜਿਹੜਾ ਉਸਨੇ ਜਿਹੜੀ ਕਰਬ ਉਹ ਥੱਲੇ ਨੂੰ ਕਰ ਦਿੱਤੀ ਆ, ਔਰ ਜਿੱਥੇ ਸਰਕਾਰ ਨੇ ਆਪਣੇ ਵੱਲੋਂ ਬਹੁਤ ਜ਼ਿਆਦਾ ਸਪੋਰਟ ਕੀਤੀ, ਉੱਥੇ ਲੋਕਾਂ ਨੇ ਵੀ ਆਪਣੇ ਵੱਲੋਂ ਬਹੁਤ ਜ਼ਿਆਦਾ ਯੋਗਦਾਨ ਦਿੱਤਾ। ਬਿਕੋਜ਼ ਸਰਕਾਰ ਜੇ ਆਪਣੇ ਵੱਲੋਂ ਅਲੱਗ-ਅਲੱਗ ਪੈਕੇਜ ਦੇ ਕੇ ਲੋਕਾਂ ਨੂੰ ਘਰੇ ਬੈਠਣ ਲਈ ਕਹਿ ਰਹੀ ਆ, ਔਰ ਸਿਰਫ ਘਰੇ ਬੈਠਣ ਨਾਲ ਹੀ ਇਹ ਮਸਲਾ ਹੱਲ ਨਹੀਂ ਹੋਣਾ ਸੀਗਾ, ਨਾਲ ਜਿਹੜੀ ਹੈਂਡ ਹਾਈਜੀਨ ਜਾਂ ਡਿਸਟੈਂਸ ਰੱਖਣ ਦੀ ਜਿਹੜੀ ਪਾਲਿਸੀ ਸੀਗੀ ਉਸਨੂੰ ਫੋਲੋ ਕਰਨਾ ਬਹੁਤ ਜ਼ਰੂਰੀ ਸੀਗਾ, ਔਰ ਲੋਕਾਂ ਨੇ ਬਾਖੂਬੀ ਮੇਰੇ ਖਿਆਲ ਦੇ ਵਿੱਚ ਫੋਲੋ ਕੀਤੀ ਹੈ। ਕਿਤੇ ਨਾ ਕਿਤੇ ਟਾਈਮ ਲੱਗਦਾ ਅਵੇਅਰਨੈਸ ਨੂੰ, ਪਰ ਆਸਟ੍ਰੇਲੀਆ ਮੈਨੂੰ ਇਹ ਵੀ ਲੱਗਦਾ ਹੁੰਦਾ ਕੌਹਾਰ ਸਾਹਿਬ, ਜੇ ਮੈਂ ਤੁਹਾਨੂੰ ਪੁੱਛਾਂ ਕਿ ਹਮੇਸ਼ਾ ਆਪਣੀ ਨਿਊਜ਼ ਦੇ ਮਾਮਲੇ 'ਚ ਗੱਲ ਹੁੰਦੀ ਹੈ ਕਿ ਸ਼ਾਮ ਨੂੰ ਅਸੀਂ ਨਿਊਜ਼ ਲਿਖ ਰਹੇ ਹੁੰਦੇ ਤੇ ਸਵੇਰ ਨੂੰ ਆਸਟ੍ਰੇਲੀਆ ਨੇ ਨਵਾਂ ਰੂਲ ਜਿਹੜਾ ਭੇਜ ਦਿੱਤਾ ਹੁੰਦਾ ਹੈਗਾ, ਉਹ ਨਿਊਜ਼ ਦੁਬਾਰਾ ਫਿਰ ਲਿਖਣੀ ਪੈਂਦੀ ਆ। ਜਿਸ ਤਬਦੀਲੀ ਨਾਲ, ਕਿਉਂਕਿ ਆਸਟ੍ਰੇਲੀਆ ਦਾ ਇੱਕ ਸੁਭਾਅ ਹੈਗਾ ਜਿਹਦੇ ਵਿੱਚ ਉਹ ਬਹੁਤ ਤਬਦੀਲੀ ਹੈ ਜਿਹੜੀ ਬਹੁਤ ਤੇਜ਼ੀ ਨਾਲ ਲੈ ਕੇ ਆਉਂਦੀ ਹੈ, ਚਾਹੇ ਉਹ ਮਾਈਗ੍ਰੇਸ਼ਨ ਨਾਲ ਰਿਲੇਟਡ ਮੈਟਰ ਹੋਣ, ਚਾਹੇ ਉਹ ਕੋਈ ਵੀ ਮੈਟਰ ਹੋਵੇ, ਤਾਂ ਉਸੇ ਤਰੀਕੇ ਨਾਲ ਮੈਨੂੰ ਲੱਗਦਾ ਲੋਕ ਵੀ ਇਸ ਤੇ ਯੂਜ਼ ਟੂ ਹੋ ਚੁੱਕੇ ਨੇ ਕਿ ਹੋ ਸਕਦਾ ਸਵੇਰ ਨੂੰ ਹਰ ਰੋਜ਼ ਜਿਹੜੇ ਇੱਥੋਂ ਦੇ ਪ੍ਰਧਾਨ ਮੰਤਰੀ ਨੇ ਉਹ ਜਦੋਂ ਆਉਂਦੇ ਨੇਗੇ ਨਵੇਂ ਤੋਂ ਨਵਾਂ ਉਹ ਜਿਹੜਾ ਰੂਲ ਲੈ ਕੇ ਆਉਂਦੇ ਨੇ, ਨਾਲ ਦੀ ਨਾਲ ਲਾਗੂ ਵੀ ਕੀਤਾ ਜਾਂਦਾ, ਔਰ ਮੇਰੇ ਖਿਆਲ ਪਬਲਿਕ ਨੇ ਬਹੁਤ ਜਲਦੀ ਉਹਨੂੰ ਐਕਸੈਪਟ ਕੀਤਾ ਹੈਗਾ। ਤੁਹਾਨੂੰ ਕੀ ਲੱਗਦਾ ਸਾਹਿਬ, ਕਿੰਨੇ ਕੁ ਸਹਿਮਤ ਹੋ ਇਸ ਚੀਜ਼ ਨਾਲ? ਇਸ ਤਰ੍ਹਾਂ ਦੀਆਂ ਜਿਹੜੀਆਂ ਮਹਾਂਮਾਰੀਆਂ ਨੇ, ਜਿਵੇਂ ਕਰੋਨਾ ਵਾਇਰਸ ਜਾਂ ਇਸ ਤੋਂ ਪਹਿਲਾਂ ਵੀ ਆਉਂਦੀਆਂ ਰਹੀਆਂ ਨੇ, ਪਰ ਜਿਹੜਾ ਆਸਟ੍ਰੇਲੀਆ ਦੇ ਵਿੱਚ ਜਿਹੜੀ ਅਨਐਜੂਕੇਸ਼ਨ, ਜਿਹੜੀ ਅਨਪੜ੍ਹਤਾ ਜਿਹਨੂੰ ਆਪਾਂ ਕਹਿ ਦਈਏ, ਉਹ ਨਾ ਹੋਣ ਕਰਕੇ ਲੋਕਾਂ ਨੇ ਜਿਹੜੇ ਇਸ ਮਹਾਂਮਾਰੀ ਨੂੰ ਰੋਕਣ ਵਾਸਤੇ ਗੌਰਮੈਂਟ ਨੇ ਜਾਂ ਸਿਹਤ ਵਿਭਾਗ ਨੇ ਜਿਹੜੇ ਇਫੈਕਟ ਲੋਕਾਂ ਨੂੰ ਦਿੱਤੇ ਸੀ ਵੀ ਇਹਨਾਂ ਚੀਜ਼ਾਂ ਨਾਲ ਜਿਹੜਾ ਵਾ ਉਹ ਸੋਸ਼ਲ ਡਿਸਟੈਂਸ, ਕਲੀਨਿੰਗ, ਵਾਸ਼ ਕਲੀਨਿੰਗ ਬਾਰ ਰੱਖਣੀ, ਤੇ ਉਹਨਾਂ ਕਰਕੇ ਲੋਕਾਂ ਨੇ ਉਹਨਾਂ ਨੂੰ ਫਾਲੋ ਕੀਤਾ। ਲੋਕਾਂ ਨੇ ਵੀ ਜਿਹੜਾ ਵਾ ਉਹ ਸਾਥ ਦਿੱਤਾ ਗੌਰਮੈਂਟ ਦਾ, ਜਿਸ ਕਰਕੇ ਅੱਜ ਜਿਹੜੀ ਆ ਕਾਫੀ ਰਾਹਤ ਮਹਿਸੂਸ ਕਰਦੇ ਲੋਕ। ਜੀ ਬਿਲਕੁਲ, ਤੁਸੀਂ ਬਹੁਤ ਜ਼ਿਆਦਾ ਜਿੱਦਾਂ ਤੁਸੀਂ ਰਹਿੰਦੇ ਹੋ, ਪਬਲਿਕ ਨੂੰ ਬਹੁਤ ਜ਼ਿਆਦਾ ਦੇਖਦੇ ਹੋ, ਬਾਹਰ ਆਉਂਦੇ ਰਹਿੰਦੇ ਹੋ, ਤੇ ਕਿੱਦਾਂ ਦਾ ਮਾਹੌਲ, ਕਿੰਨਾ ਕੁ ਲਾਸਟ ਟਾਈਮ ਤੁਸੀਂ ਦਿਖਾਇਆ ਸੀਗਾ ਜਿਹੜਾ ਲਾਈਵ, ਕਿੰਨਾ ਕੁ ਜ਼ਿਆਦਾ ਮਾਹੌਲ ਹੈ ਇਸ ਚੀਜ਼ ਦਾ? ਜੀ ਬਸ ਜੇ ਦੇਖਿਆ ਜਾਵੇ, ਤੁਸੀਂ ਜਿੱਦਾਂ ਪਹਿਲੇ ਗੱਲ ਕਹੀ ਸੀਗੀ, ਠੀਕ ਹੈ, ਆਸਟ੍ਰੇਲੀਆ ਦੀ ਜਿਹੜੀ ਕਰਵ ਹੈ ਡਾਊਨ ਵੱਲ ਜਾ ਰਹੀ ਹੈ, ਤੇ ਨਾਲ ਹੀ ਅਗਰ ਜੇ ਮੈਂ ਸਾਊਥ ਆਸਟ੍ਰੇਲੀਆ ਦੀ ਗੱਲ ਕਰਾਂ ਤੇ ਸਾਊਥ ਆਸਟ੍ਰੇਲੀਆ ਇਜ਼ ਡੂਇੰਗ ਰੀਅਲੀ ਗੁੱਡ। ਤੇ ਜਿਸ ਤਰ੍ਹਾਂ ਕਿ ਮੈਂ ਦੇਖਿਆ ਸੀਗਾ, ਕੱਲ੍ਹ ਹੀ ਪੜ੍ਹ ਰਹੀ ਸੀਗੀ ਕਿ ਪਿਛਲੇ 24 ਘੰਟਿਆਂ ਦੇ ਵਿੱਚ ਦੇ ਵਿੱਚ ਕੋਈ ਵੀ ਕਰੋਨਾ ਵਾਇਰਸ ਦਾ ਜਿਹੜਾ ਕੇਸ ਨਹੀਂ ਸੀ ਮਿਲਿਆ, ਤੇ ਉਸ ਲਈ ਇਹ ਕਿ ਇਸ ਕਰਕੇ ਸਾਊਥ ਆਸਟ੍ਰੇਲੀਆ ਬਹੁਤ ਵਧੀਆ ਜਾ ਰਿਹਾ ਹੈ। ਤੇ ਜਦੋਂ ਮੈਂ ਲਾਸਟ ਟਾਈਮ ਸਿਟੀ ਗਈ ਸੀਗੀ, ਦੇਖਣ ਲਈ ਗਈ ਸੀਗੀ ਕਿ ਕਿਸ ਤਰ੍ਹਾਂ ਇਹ ਜਿਹੜੀਆਂ ਚੀਜ਼ਾਂ ਨੇ ਮੁਮਕਿਨ ਹੋ ਪਾ ਰਹੀਆਂ ਨੇ, ਸਾਊਥ ਆਸਟ੍ਰੇਲੀਆ ਕਿਸ ਤਰ੍ਹਾਂ ਦੇ ਐਫਰਟਸ ਕਰ ਰਿਹਾ ਹੈ। ਤੇ ਉਹਦੇ ਵਿੱਚ ਸਭ ਤੋਂ ਵੱਡੀ ਗੱਲ, ਮੈਂ ਤਾਂ ਨਹੀਂ ਕਹਿ ਸਕਦੀ ਕਿ ਲੋਕ ਪੂਰੀ ਤਰ੍ਹਾਂ ਘਰਾਂ ਦੇ ਵਿੱਚ ਬੰਦ ਹੋ ਕੇ ਬੈਠੇ ਹੋਏ ਨੇ, ਤੇ ਨਹੀਂ, ਜਿਨ੍ਹਾਂ ਨੂੰ ਕੋਈ ਜ਼ਰੂਰੀ ਕੰਮ ਹੁੰਦੇ ਨੇ ਉਹਨਾਂ ਨੂੰ ਬਾਹਰ ਅੰਦਰ ਆਉਣਾ ਜਾਣਾ ਵੀ ਪੈਂਦਾ ਹੈ, ਪਰ ਸੋਸ਼ਲ ਡਿਸਟੈਂਸਿੰਗ ਦਾ ਪੂਰੀ ਤਰ੍ਹਾਂ ਦੇ ਨਾਲ ਧਿਆਨ ਰੱਖਿਆ ਜਾ ਰਿਹਾ ਹੈ। ਤੇ ਅਗਰ ਮੈਂ ਸਪੈਸ਼ਲੀ ਬੱਸ 'ਤੇ ਗਈ ਸੀਗੀ ਇਹ ਦੇਖਣ ਵਾਸਤੇ ਕਿ ਬੱਸਾਂ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਆ ਉਹਨਾਂ ਦੇ ਵੱਲੋਂ ਅਪਣਾਇਆ ਜਾ ਰਿਹਾ ਹੈ ਕਿ ਬੱਸ ਡਰਾਈਵਰ ਵੱਲੋਂ ਜਿਹੜਾ ਕੈਸ਼ ਲੈਣ ਤੋਂ ਬਿਲਕੁਲ ਮਨਾ ਕੀਤਾ ਜਾ ਰਿਹਾ ਹੈ ਕਿ ਕੈਸ਼ ਦੇ ਨਾਲ ਜਿਹੜੀ ਹੈਗੀ ਆ ਉਹਨਾਂ ਦੀ ਕ੍ਰੋਸ ਇਨਫੈਕਸ਼ਨ ਉਹ ਖਤਮ ਹੋ ਸਕੇ, ਤੇ ਅਗਰ ਜੇ ਕਾਰਡ ਤੋਂ ਹੀ ਪੇ ਹੁੰਦਾ ਹੈ ਤੇ ਉਹ ਤੋਂ ਹੀ ਪੇ ਕਰ ਰਹੇ ਨੇ। ਤੇ ਬੱਸਿਸ ਦੇ ਵਿੱਚ ਵੀ ਉਹਨਾਂ ਨੇ ਜਿਹੜੀਆਂ ਹੈਗੀਆਂ ਨੇ ਸੀਟਸ ਨੇ 1.5 ਮੀਟਰ ਦੇ ਜਿਹੜੇ ਡਿਸਟੈਂਸ ਦੇ ਨਾਲ, ਹੈ ਨਾ, ਉਹਨਾਂ ਨੇ ਸੀਟਸ ਉਸ ਤਰ੍ਹਾਂ ਨਾਲ ਬਲੌਕ ਕਰਕੇ ਰੱਖੀਆਂ ਹੋਈਆਂ ਨੇ ਤਾਂ ਕਿ ਕੋਈ ਵੀ ਕਿਸੇ ਦੇ ਨਾਲ ਉਸ ਤਰੀਕੇ ਦੇ ਨਾਲ
ਹਾਂ, ਕੋਲ ਹੋ ਕੇ ਨੇੜੇ ਹੋ ਕੇ ਨਾ ਬੈਠ ਸਕੇ। ਤੇ ਉਸ ਤੋਂ ਬਾਅਦ ਜਦੋਂ ਮੈਂ ਸਿਟੀ ਦੇ ਵਿੱਚ ਐਂਟਰ ਕੀਤੀ ਤੇ ਬਹੁਤ ਵਧੀਆ ਦੇਖਣ ਨੂੰ ਮਿਲਿਆ ਕਿ ਹਰ ਇੱਕ ਸ਼ੌਪਸ ਦੇ ਵਿੱਚ ਉਹਨਾਂ ਨੇ ਨਾ ਸਾਈਨ ਲਗਾਏ ਹੋਏ ਸੀਗੇ ਕਿ 1.5 ਮੀਟਰ ਦੇ ਡਿਸਟੈਂਸ ਦੇ ਨਾਲ ਕਿ ਕੋਈ ਵੀ ਅਗਰ ਜੇ ਆਉਂਦਾ ਉਹਨਾਂ ਦੀ ਸ਼ੌਪ ਦੇ ਵਿੱਚ ਤੇ ਇੰਨੇ ਡਿਸਟੈਂਸ ਦੇ ਨਾਲ ਉਹ ਖੜਾ ਹੋ ਕੇ ਤੇ ਆਪਣੀ ਜਿਹੜੀ ਕੰਮ ਹੈ ਕਰਵਾ ਸਕਦਾ ਹੈ। ਤੇ ਲੋਕ ਵੀ ਪਹਿਲੇ ਸਿਟੀ ਜਿੱਥੇ ਬਹੁਤ ਜ਼ਿਆਦਾ ਭੀੜ ਭਾੜ ਦੇਖੀ ਜਾਂਦੀ ਸੀ ਤੇ ਉੱਥੇ ਵੀ ਕਾਫੀ ਸ਼ਾਂਤ ਜਿਹਾ ਮਾਹੌਲ ਦਿਖਿਆ। ਕੁਝ ਲੋਕ ਆਏ ਹੋਏ ਸੀ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਕੰਮ ਹੁੰਦੇ ਨੇ, ਜਾਂ ਕਹਿ ਸਕਦੇ ਹਾਂ ਕਿ ਕੁਝ ਲੋਕ ਜਿਹੜੇ ਸਿਟੀ ਦੇ ਵਿੱਚ ਕੰਮ ਕਰਦੇ ਨੇ ਉਹ ਦੇਖੇ ਗਏ ਸੀਗੇ ਉੱਥੇ। ਤੇ ਕਾਫੀ ਜ਼ਿਆਦਾ, ਜਿੱਦਾਂ ਅਗਰ ਮੈਂ ਗੱਲ ਕਰਾਂ ਤਾਂ ਮਾਇਰ ਵਰਗੇ ਵੱਡੇ ਵੱਡੇ ਜਿਹੜੇ ਸ਼ਾਪਿੰਗ ਸੈਂਟਰ ਨੇ ਉਹਨਾਂ ਨੇ ਕਲੋਜ਼ ਕਰ ਦਿੱਤਾ ਸੀਗਾ। ਤੇ ਇਸ ਤਰ੍ਹਾਂ ਮੈਨੂੰ ਲੱਗਦਾ ਹੈ ਕਿ ਸਾਊਥ ਆਸਟ੍ਰੇਲੀਆ ਇਜ਼ ਡੂਇੰਗ ਰੀਅਲੀ ਗੁੱਡ। ਆਸਟ੍ਰੇਲੀਆ ਦੇ ਵਿੱਚ ਵੀ ਕਾਫੀ ਜ਼ਿਆਦਾ ਜਿਹੜੇ ਕੇਸਿਸ ਨੇ ਉਹ ਰਿਕਵਰਡ ਹੋਏ ਨੇ। ਤੇ ਅਗਰ ਗੱਲ ਕਰੀਏ ਆਪਾਂ ਕਿਸੇ ਹੋਰ ਮੁੱਦਿਆਂ ਦੀ, ਜਿਸ ਤਰ੍ਹਾਂ ਕਿ ਇੰਟਰਨੈਸ਼ਨਲ ਸਟੂਡੈਂਟਸ ਦੀ, ਤੇ ਅਗਰ ਆਪਾਂ ਬਾਕੀ ਦੇਸ਼ਾਂ ਦੀ ਜੇ ਗੱਲ ਕਰਦੇ ਹਾਂ ਕਿ ਉਹਨਾਂ ਦੇ ਵਿੱਚ ਕਿਸ ਤਰ੍ਹਾਂ, ਤੇ ਇੱਥੇ ਕੋਹੜ ਸਾਹਿਬ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹਾਂਗੀ ਕਿ ਇੰਡੀਆ ਦੇ ਵਿੱਚ ਜਿਸ ਤਰ੍ਹਾਂ ਹੈ ਕਿ 2 ਮਈ ਤੱਕ ਜਿਹੜਾ ਹੈਗਾ, ਮਈ ਤੱਕ ਜਿਹੜਾ ਕਰਫਿਊ ਹੈ ਹੋਰ ਵਧਾ ਦਿੱਤਾ ਗਿਆ, ਬਟ 20 ਤਰੀਕ ਤੋਂ ਬਾਅਦ ਉਹਨਾਂ ਨੇ ਕੁਝ ਚੀਜ਼ਾਂ ਦੇ ਵਿੱਚ ਢਿੱਲ ਦਿੱਤੀ ਹੈ। ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜੀ ਢਿੱਲ ਦਿੱਤੀ ਗਈ ਹੈ ਇਹ ਮੁਨਾਸਿਬ ਹੈ, ਦੇਣੀ ਚਾਹੀਦੀ ਹੈ, ਜਿਸ ਤਰ੍ਹਾਂ ਕਿ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਕੇਸਿਸ ਵੱਧ ਰਹੇ ਨੇ? ਨਹੀਂ, ਜਦੋਂ ਇਹਨਾਂ ਨੇ 2 ਮਈ ਤੱਕ ਜਿਹੜੀ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਨੇ ਲੋਕਡਾਊਨ ਕੀਤਾ ਸੀਗਾ ਭਾਰਤ ਨੂੰ, ਤੇ ਉਹਦੇ ਵਿੱਚ ਬਾਹਰ ਕਿਸੇ ਨੂੰ ਵੀ ਨਾ ਆਪਣੀ ਜ਼ਰੂਰੀ ਚੀਜ਼ਾਂ ਲੈਣ ਵਾਸਤੇ ਵੀ ਨਹੀਂ ਜਾਣ ਦਿੱਤਾ ਗਿਆ। ਤੇ ਪੁਲਿਸ ਨੇ ਕਾਫੀ ਤਸ਼ੱਦਦ ਵੀ ਕੀਤਾ, ਜਿਹੜੇ ਲੋਕ ਆਪਣੇ ਖਾਣ ਪੀਣ ਦੀਆਂ ਜ਼ਰੂਰਤਮੰਦ ਚੀਜ਼ਾਂ ਜਾਂ ਦਵਾਈ ਵਗੈਰਾ ਲੈਣ ਜਾਂਦੇ ਸੀ ਤੇ ਉਹਨਾਂ ਦੇ ਤਸ਼ੱਦਦ ਵੀ ਕੀਤਾ ਗਿਆ। ਪਰ ਮੈਨੂੰ ਲੱਗਦਾ ਵੀ ਉਹਨਾਂ ਨੇ ਠੀਕ ਕੀਤਾ ਵੀ ਜਿਨ੍ਹਾਂ ਨੂੰ ਜ਼ਰੂਰਤ ਸੀ ਉਹ ਹੁਣ ਆਪਣੀਆਂ ਲੋੜਵੰਦ ਚੀਜ਼ਾਂ ਲੈ ਕੇ ਜਿਹੜੀ 1 ਘੰਟੇ ਦੀ 2 ਘੰਟੇ ਦੀ ਮਾਰਨਿੰਗ ਟਾਈਮ ਤੇ ਢਿੱਲ ਦਿੱਤੀ ਗਈ, ਉਹ ਵਧੀਆ ਕੀਤਾ ਉਹਨਾਂ ਨੇ। ਜੀ ਰੋਹੀ ਜੀ। ਦੂਸਰੇ ਪਾਸੇ ਜਿਹੜੀ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ, ਇਹ ਤਾਂ ਚਲੋ ਜਿਹੜੇ ਜਿਨ੍ਹਾਂ ਦੀ ਅਸੀਂ ਗੱਲ ਕਰ ਰਹੇ ਹਾਂ ਸਾਰੇ ਪਾਸੇ ਆ ਰਹੇ ਨੇ। ਮੈਂ ਜਿਹੜੀ ਗੱਲ ਕਰਨੀ ਚਾਹ ਰਿਹਾ ਉਹ ਇਹ ਹੈ ਕਿ ਸਾਡੇ ਸਟੂਡੈਂਟ ਤੇ ਸਾਡੇ ਜਿਹੜੇ ਟੈਂਪਰੇਰੀ ਵੀਜ਼ਾ ਵਾਲੇ ਨੇਗੇ ਜਿਹੜੇ ਸਾਊਥ ਆਸਟ੍ਰੇਲੀਆ ਦੇ ਵਿੱਚ ਨੇ, ਉਹ ਕਿਤੇ ਨਾ ਕਿਤੇ ਸਾਨੂੰ ਸਫਰ ਕਰਦੇ ਨਜ਼ਰ ਆ ਰਹੇ ਨੇ। ਮਿਸਗਾਈਡਡ ਹੋਏ ਜਾਂ ਮਿਸਡਾਇਰੈਕਟਡ ਡਾਇਰੈਕਸ਼ਨ ਹੋਏ ਵੀ ਕਹਿ ਸਕਦੇ ਹਾਂ ਕਿ ਜਿਹੜੇ ਸਪੈਸ਼ਲੀ ਸਟੂਡੈਂਟ ਆਏ ਨੇਗੇ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਲੱਗ ਰਿਹਾ। ਔਰ ਬਹੁਤ ਸਾਰੀਆਂ ਜਦੋਂ ਪੇजेस ਦੇ ਉੱਪਰ ਜਾ ਕੇ ਅਸੀਂ ਦੇਖਦੇ ਆਂਗੇ ਤਾਂ ਉਹ ਜਿਹੜਾ ਸਪੋਰਟ ਕਰਨ ਦਾ ਕੋਹਾਰ ਸਾਹਿਬ ਜਿਹੜਾ ਮੈਥਡ ਹੈਗਾ ਨਾ ਫੋਟੋਆਂ ਖਿਚਵਾਉਣ ਦਾ, ਜਾਂ ਤੁਸੀਂ ਕਹਿ ਲਈਏ ਕਿ ਮੈਂ ਕੁਝ ਏਦਾਂ ਦੀਆਂ ਚੀਜ਼ਾਂ ਨੋਟਿਸ ਕੀਤੀਆਂ ਕਿ ਇੱਕ ਸਟੂਡੈਂਟ ਕਹਿ ਰਿਹਾ ਕਿ ਮੈਨੂੰ ਸਪੋਰਟ ਦੀ ਜ਼ਰੂਰਤ ਆ, ਮੈਂ ਰੈਂਟ ਤੇ ਕਮਰਾ ਹਾਂਜੀ ਲੈਣਾ ਗਾ, ਮੈਂ ਰੈਂਟ ਨਹੀਂ ਪੇ ਕਰ ਸਕਦਾ। ਤਾਂ ਹਾਂਜੀ ਉਸ ਤੋਂ ਬਾਅਦ ਉਹ ਉਸ ਨੂੰ ਅੱਗੇ ਮੈਸੇਜ ਆਉਂਦੇ ਨੇ ਕਿ ਮੇਰੇ ਨਾਲ ਕੰਟੈਕਟ ਕਰੋ ਤੁਸੀਂ, ਹੈਨਾ, ਕਿ ਠੀਕ ਮੈਂ ਤੁਹਾਨੂੰ ਫ੍ਰੀ ਦੇ ਵਿੱਚ ਜਗ੍ਹਾ ਦੂੰਗਾ। ਦੂਸਰੇ ਪਾਸੇ ਇੱਕ ਕਮੈਂਟ ਆਉਂਦਾ ਹੈ ਕਿ ਹਾਂ ਮੇਰੇ ਕੋਲ ਰੈਂਟ ਤੇ ਹਾਊਸ ਜਾਂ ਘਰ ਰੂਮ ਅਵੇਲੇਬਲ ਹੈ। ਤਾਂ ਠੀਕ ਉਹ ਦੋਨਾਂ ਦੇ ਵਿੱਚੋਂ ਉਸ ਨਾਲ ਕਨਵਰਸੇਸ਼ਨ ਕਰ ਰਿਹਾ ਜਿਹੜਾ ਫ੍ਰੀ ਦੇ ਵਿੱਚ ਨਹੀਂ ਦੇ ਰਿਹਾ। ਸੋ ਇਹ ਇੱਕ ਇਥੋਂ ਜਿਹੜਾ ਮਾਈਂਡਸੈਟ ਜੇ ਅਸੀਂ ਸੋਚੀਏ ਕਿ ਕੋਈ ਵੀ ਸਟੂਡੈਂਟ ਆ, ਚਾਹੇ ਉਹ ਸਟੂਡੈਂਟ ਵੀਜ਼ੇ ਤੇ ਨੇ, ਉਹ ਫ੍ਰੀ ਦੇ ਵਿੱਚ ਸਰਵਿਸ ਨਹੀਂ ਲੈਣਾ ਚਾਹੁੰਦੇ, ਉਹਦੇ ਨਾਲੋਂ ਉਹ ਫ੍ਰੀ ਦੀ ਸਰਵਿਸ ਨਾਲੋਂ ਕੰਮ ਮੰਗ ਰਹੇ ਨੇ ਕਿ ਸਾਨੂੰ ਕੋਈ ਕੰਮ ਦੇ ਦਿੱਤਾ ਜਾਵੇ। ਉਹ ਮਾਹੌਲ ਜਿਹੜਾ ਬਣਿਆ ਹੋਇਆ, ਔਰ ਜਿਹੜੇ ਸਰਵਿਸ ਦੇਣਾ ਚਾਹ ਰਹੇ ਨੇ ਜਾਂ ਸਪੋਰਟ ਕਰਨਾ ਚਾਹ ਰਹੇ ਨੇ, ਬਹੁਤ ਸਾਰਾ ਫੂਡ ਦੀ ਸਰਵਿਸ ਦਿੱਤੀ ਹੈ ਔਰ ਬਹੁਤ ਸਾਰੇ। ਪਰ ਅੱਜ ਜਿਹੜੀ ਸਟੂਡੈਂਟ ਦੀ ਜਿਹੜੀ ਪ੍ਰੋਬਲਮ ਹੈ ਜਿਹੜੀ ਉਹ ਇਹ ਹੈ ਕਿ ਕੀ ਉਹਨਾਂ ਕੋਲ ਜੌਬ ਹੈ, ਕੀ ਉਹਨਾਂ ਕੋਲ ਜਿਹੜੀਆਂ ਫੀਸਾਂ ਨੂੰ ਚਲੋ ਉਹ ਪੈਸੇ ਹੈ ਕਿ ਉਹ, ਕਿਉਂਕਿ ਆਨਗੋਇੰਗ ਜਿਹੜਾ ਖਰਚੇ ਨੇ ਕਿ ਉਹਨਾਂ ਦਾ ਅਸਰ। ਔਰ ਮੈਨੂੰ ਲੱਗਦਾ ਵੀ ਕਮਿਊਨਿਟੀ ਦੇ ਵਿੱਚ ਬਹੁਤ ਜ਼ਿਆਦਾ ਵੱਡਾ, ਠੀਕ ਹੈ, ਗਵਰਨਮੈਂਟ ਤੱਕ ਐਫਰਟਸ ਕੀਤੇ ਜਾ ਰਹੇ ਨੇ। ਹੁਣ 2 ਪਟੀਸ਼ਨਸ ਹੋਈਆਂ ਇੱਕ ਅਗਲੇ ਪ੍ਰੋਗਰਾਮ ਦੇ ਵਿੱਚ, ਉਸ ਬਾਰੇ ਚ ਵੀ ਆਪਾਂ ਨੇ ਗੱਲਬਾਤ ਕਰਨੀ ਆ। 2 ਪਟੀਸ਼ਨਸ ਦੇ ਬਾਰੇ ਚ 2 ਅਲੱਗ-ਅਲੱਗ ਪਾਰਟੀਆਂ ਵੱਲੋਂ ਜਾਂ ਪਰਸਨਸ ਵੱਲੋਂ ਪਟੀਸ਼ਨ ਕੀਤੀਆਂ ਗਈਆਂ ਉਹਨਾਂ ਦੀ ਸਪੋਰਟ ਵਾਸਤੇ। ਬਟ ਕੀ ਉਹਨਾਂ ਨੂੰ ਰੀਅਲੀ ਸਪੋਰਟ ਮਿਲ ਰਹੀ ਹੈ ਜਾਂ ਕਿਤੇ ਉਹ ਕਿਸੇ ਰਾਜਨੀਤੀ ਦਾ ਸ਼ਿਕਾਰ ਹੋ ਰਹੇ ਨੇਗੇ? ਤੁਹਾਨੂੰ ਕੀ ਲੱਗਦਾ ਓਵਰਆਲ ਪਿਕਚਰ ਜਿਹੜੀ ਆਪਣੇ ਸ਼ਹਿਰ ਨੂੰ ਜੇ ਅਸੀਂ ਅਸੈਸ ਕਰੀਏ ਤਾਂ ਸਮਵੇਅਰ ਕਿ ਆਸਟ੍ਰੇਲੀਆ ਨੂੰ ਵੀ ਉਹ ਕਿਤੇ ਨਾ ਕਿਤੇ ਲੀਡ ਕਰਦੀ ਹੈ ਥੋੜਾ ਬਹੁਤ? ਨਹੀਂ ਜੀ, ਜਿਹੜੇ ਹੈਗੇ ਆ ਸਿੱਖਿਆ ਮੰਤਰੀ ਸਾਡੇ ਆਸਟ੍ਰੇਲੀਆ ਦੇ, ਉਹਨਾਂ ਨੇ ਜੀ ਯੂਨੀਵਰਸਿਟੀਆਂ ਜਿੱਥੇ ਓਵਰਸੀਜ਼ ਸਟੂਡੈਂਟ ਕਾਫੀ ਮਾਤਰਾ ਵਿੱਚ ਆਉਂਦੇ ਆ ਉਹਨਾਂ ਨਾਲ ਵੀ ਉਹਨਾਂ ਨੇ ਰਾਬਤਾ ਬਣਾਇਆ ਅਤੇ ਸਟੂਡੈਂਟਾਂ ਨੂੰ ਉਹਨਾਂ ਦੀਆਂ ਫੀਸਾਂ ਵਿੱਚ ਜਾਂ ਉਹਨਾਂ ਦੇ ਰੈਂਟਾਂ ਵਿੱਚ ਕੁਝ ਰਾਹਤ ਦਿਵਾਉਣ ਦੀ ਕੋਸ਼ਿਸ਼ ਕੀਤੀ ਗਈਆਂ ਯੂਨੀਵਰਸਿਟੀਆਂ ਨੇ। ਹਰ ਇੱਕ ਸਟੇਟ 'ਚੋਂ ਕੁਝ ਯੂਨੀਵਰਸਿਟੀਆਂ ਨੇ ਉਹਨਾਂ ਦੀ ਹੈਲਪ ਕਰਨ ਵਾਸਤੇ ਅੱਗੇ ਵੀ ਆਈਆਂ ਨੇ। ਕੁਝ
ਸੋਸ਼ਲ ਤੌਰ ਦੇ ਉੱਤੇ ਵੀ ਜਿਹੜੇ ਸਾਡੇ NGO ਨੇ ਜਾਂ ਦਾਨੀ ਸੱਜਣ ਆ ਜਾਂ ਸੰਸਥਾਵਾਂ ਚਲਾਉਂਦੇ ਉਹਨਾਂ ਨੇ ਵੀ ਕਾਫੀ ਹੈਲਪ ਕੀਤੀ ਆ, ਖਾਣੇ ਪ੍ਰਤੀ ਵੀ, ਗਰੋਸਰੀ ਦੇਣ ਵਾਸਤੇ, ਤੇ ਜਿਹੜੇ ਇਕਾਂਤ ਵਿੱਚ ਰਹਿਣ ਦੀ ਜਿਨ੍ਹਾਂ ਨੂੰ ਆਦੇਸ਼ ਦਿੱਤੇ ਗਏ ਉਹਨਾਂ ਨੂੰ ਘਰਾਂ ਦੇ ਵਿੱਚ ਖਾਣਾ ਪਹੁੰਚਾਉਣ ਵਾਸਤੇ ਵੀ ਦਿੱਤੀ ਗਈ ਆ। ਪਰ ਮਸਲਾ ਇੱਥੇ ਫ੍ਰੀ ਰਹਿਣ ਦਾ ਜਾਂ ਰੈਂਟਿੰਗ ਤੇ ਜਾਂ ਖਾਣੇ ਦਾ ਨਹੀਂ ਗਾ, ਮਸਲਾ ਉਹਨਾਂ ਦੀਆਂ ਫੀਸਾਂ ਨੇ ਕਿ 6 ਮਹੀਨੇ ਤੱਕ ਉਹਨਾਂ ਦਾ ਜੇ ਉਹ 2.7 ਮਿਲੀਅਨ ਆਸਟ੍ਰੇਲੀਆ 'ਚ ਜੋਬਾਂ ਲੋਸਟ ਹੋਈਆਂ ਨੇ, ਤੇ ਉਹਦੇ ਨਾਲ ਜਿਹੜੇ ਸਟੂਡੈਂਟਾਂ ਨੂੰ ਵੀ ਇਫੈਕਟ ਪਿਆ ਉਹਦੇ ਵਿੱਚ ਜਿਹੜੇ ਅਸਥਾਈ ਵੀਜ਼ੇ ਵਾਲੇ, ਆਰਜੀ ਵੀਜ਼ੇ ਵਾਲੇ ਜਾਂ ਵੀਜ਼ਾ ਵਰਕਰ ਵਾਲੇ ਉਹਨਾਂ ਨੂੰ ਵੀ ਨੁਕਸਾਨ ਹੋਇਆ, ਉਹਨਾਂ ਦੀਆਂ ਵੀ ਜੋਬਾਂ ਗਈਆਂ ਨੇ। ਤੇ ਜਦੋਂ ਉਹ ਜੋਬਾਂ ਕਰਦੇ ਸੀ ਉਹ ਵੀ ਆਪਣਾ ਬਣਦਾ ਟੈਕਸ ਜਿਹੜਾ ਸੀਗਾ ਉਹ ਗੌਰਮੈਂਟ ਨੂੰ ਅਦਾ ਕਰਦੇ ਸੀਗੇ। ਤੇ ਇਹ ਜਿਹੜਾ ਮਹਾਂਮਾਰੀ ਦਾ ਪ੍ਰਕੋਪ ਆ ਜਾਂ ਮਹਾਂਮਾਰੀ ਵਿਸ਼ਵ ਵਿਆਪੀ ਆ, ਪੂਰੇ ਸੰਸਾਰ ਦੇ ਉੱਤੇ ਜਿਹੜੇ ਹਰ ਇੱਕ ਦੇਸ਼ ਅਫੈਕਟ ਹੋਇਆ ਇਹਦੇ ਤੋਂ, ਤੇ ਹਰ ਇੱਕ ਦੇਸ਼ ਦੇ ਵਿੱਚ ਸੇਮ ਹੀ ਹਾਲਤ ਨੇ, ਜਿਹੜੇ ਆਰਥਿਕ ਪੱਖੋਂ ਦੇਸ਼ ਜਿਹੜੇ ਕਮਜ਼ੋਰ ਗਏ ਆ। ਤੇ ਮੇਰਾ ਖਿਆਲ ਆ ਵੀ ਜਿਹੜੀ ਗੌਰਮੈਂਟ ਹੈ ਇੱਥੋਂ ਦੀ, ਉਹਨਾਂ ਨੂੰ ਵੀ ਇੱਥੋਂ ਦੇ ਜਿਹੜੇ ਸਟੂਡੈਂਟ ਆ, ਚਾਹੇ ਉਹਨਾਂ ਨੂੰ 1 ਸਾਲ ਤੋਂ ਵੱਧ ਸਮਾਂ ਹੋ ਗਿਆ ਜਾਂ 1 ਸਾਲ ਤੋਂ ਘੱਟ ਸਮਾਂ ਹੋਇਆ, ਉਹਨਾਂ ਦੀਆਂ ਜੋਬਾਂ ਗਈਆਂ, ਉਹ ਅਗਲੇ 6 ਮਹੀਨੇ ਦੀਆਂ ਫੀਸਾਂ ਨਹੀਂ ਪੇ ਕਰ ਪਾ ਰਹੇ, ਜਾਂ ਉਹਦੇ ਫੀਸਾਂ ਦੇ ਵਿੱਚ ਜਿਹੜੀ ਆਨਲਾਈਨ ਸਟੱਡੀ ਆ ਉਹਦੇ ਵਿੱਚ ਵੀ ਉਹਨਾਂ ਨੂੰ ਕੋਈ ਡਿਸਕਾਊਂਟ ਮਿਲਣਾ ਚਾਹੀਦਾ ਵਾ, ਸਿੱਖਿਆ ਜਾਂ 50% ਕਰਨੀ ਚਾਹੀਦੀਆਂ ਫੀਸਾਂ, ਜਾਂ ਉਹਨਾਂ ਵਾਸਤੇ ਕੁਝ ਸੋਚਣਾ ਚਾਹੀਦਾ ਫੀਸਾਂ ਵਾਸਤੇ, ਤਾਂ ਜੋ ਉਹਨਾਂ ਕੋਲ ਕੰਮ ਨਹੀਂ ਹੈਗਾ, ਉਹ ਫੀਸਾਂ ਨਹੀਂ ਉਤਾਰ ਸਕਦੇ। ਮੇਨ ਮਸਲਾ ਜਿਹੜਾ ਵਾ ਉਹਨਾਂ ਦਾ ਫੀਸਾਂ ਦਾ ਵਾ, ਅਗਲੇ ਸਾਲ ਦੇ ਜਿਹੜੀਆਂ 5, 7, 10 ਹਜ਼ਾਰ ਦੀ ਫੀਸ ਹੁੰਦੀ ਹੈ ਸਮੈਸਟਰ ਦੀ, ਉਹ ਜੀ ਆ ਨਾ। ਕੁਮਾਰ ਸਾਹਿਬ, ਮੈਂ ਇੱਥੇ ਤੁਹਾਨੂੰ ਸੌਰੀ ਰੋਕਣਾ ਚਾਹਾਂਗੀ ਕਿ ਅਗਰ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿ 1 ਸਾਲ ਤੋਂ ਘੱਟ ਜਿਹੜੇ ਸਟੂਡੈਂਟਸ ਨੂੰ ਹੋ ਗਏ ਨੇ ਇੱਥੇ ਰਹਿੰਦੇ ਆ, ਤੇ ਉਹਨਾਂ ਦੀਆਂ ਜਿਹੜੀਆਂ ਫੀਸਾਂ 'ਚ ਕੁਝ ਕਰਨਾ ਚਾਹੀਦਾ ਜਾਂ ਸਰਕਾਰ ਨੂੰ ਉਹਦੇ ਲਈ ਕੁਝ ਕਰਨਾ, ਉਹਦੇ ਬਾਰੇ ਤਾਂ ਆਲਰੇਡੀ ਜਿਹੜੇ ਹੈਗੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਉਹਨਾਂ ਨੇ ਬਿਆਨ ਦਿੱਤਾ ਸੀਗਾ ਕਿ ਅਗਰ ਜਦੋਂ ਸਟੂਡੈਂਟਸ ਇੱਥੇ ਆਉਂਦੇ ਨੇ ਉਹ ਪਹਿਲੇ ਹੀ ਫੰਡ ਸ਼ੋ ਕਰਕੇ ਆਉਂਦੇ ਨੇ ਕਿ ਦੇ ਆਰ ਐਲੀਜੀਬਲ ਟੂ ਸਰਵਾਈਵ ਹੀਅਰ। ਠੀਕ ਹੈ ਜੀ। ਤੇ ਅਗਰ ਉਹਨਾਂ ਚੀਜ਼ਾਂ ਨੂੰ ਅਗਰ ਆਪਾਂ ਸਰਕਾਰ ਦੇ ਅੱਗੇ ਰੱਖਦੇ ਹਾਂ, ਤੇ ਸਰਕਾਰ ਨੇ ਪਹਿਲੇ ਹੀ ਇਸ ਤੇ ਆਪਣਾ ਜਿਹੜਾ ਆ ਬਿਆਨ ਦੇ ਚੁੱਕੀ ਹੈ ਸਰਕਾਰ ਕਿ ਜਿਹੜੇ ਜਿਨ੍ਹਾਂ ਨੂੰ 1 ਸਾਲ, ਆਪਾਂ ਹਾਂ ਇਹ ਹੋ ਸਕਦਾ ਹੈ ਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਨ੍ਹਾਂ ਨੂੰ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਇੱਥੇ ਰਹਿੰਦੇ ਆ, ਉਹਨਾਂ ਲਈ ਕੁਝ ਹੋਣਾ ਜ਼ਰੂਰੀ ਹੈ। ਤੁਹਾਡਾ ਨਹੀਂ, ਕੀ ਮੈਂ ਇਸ ਪੁਆਇੰਟ ਨਾਲ ਮੈਂ ਮੈਂਸ਼ਨ ਕੀਤਾ ਵਾ, ਜਿਹੜੇ 1 ਸਾਲ ਤੋਂ ਘੱਟ ਸਟੂਡੈਂਟ ਆਏ ਆ, ਵੀ ਟਾਈਮ ਹੋਇਆ ਉਹਨਾਂ ਨੂੰ ਆਇਆ ਨੂੰ 6 ਮਹੀਨੇ ਹੋਏ ਸਿਰਫ। ਇਸ ਕਰਕੇ ਹੈ ਵੀ ਇਹ ਜਿਹੜੀ ਕਰੋਨਾ ਵਾਇਰਸ ਦਾ ਜਿਹੜਾ ਮਹਾਂਮਾਰੀ ਫੈਲੀ ਆ ਉਹ ਵਿਸ਼ਵ ਪੱਧਰ ਤੇ ਆ, ਵਰਲਡ ਹਰ ਇੱਕ ਦੇਸ਼ ਦੇ ਵਿੱਚ। ਜੇ ਮੈਂ ਮੰਨ ਲਓ ਸਟੂਡੈਂਟ ਆਇਆ ਵਾਂ ਤੇ ਮੇਰੇ ਜਿਹੜੇ ਬੈਕਗਰਾਊਂਡ ਤੋਂ ਜਿਹੜੇ ਪੈਸੇ ਭੇਜਣ ਵਾਲੇ ਆ, ਉੱਥੇ ਵੀ ਸੇਮ ਹੀ ਹਾਲਾਤ ਨੇ, ਉੱਥੇ ਵੀ ਜਿਹੜੇ ਬਿਜ਼ਨਸ ਡਾਊਨ ਗਏ ਆ, ਜਿਹੜੀਆਂ ਫਸਲਾਂ ਨਹੀਂ ਵੇਚੀਆਂ, ਖਰੀਦਦਾਰ ਨਹੀਂ ਹੈਗਾ ਫਸਲਾਂ ਦਾ ਕੋਈ, ਜਾਂ ਕੋਈ ਜ਼ਮੀਨ ਦਾ ਖਰੀਦਦਾਰ ਨਹੀਂ ਹੈ। ਜਿਹੜਾ ਆਪਾਂ ਸ਼ੋਅ ਕਰਦੇ ਆ ਵੀ ਜੇ ਸਾਡੀ ਇੰਨੀ ਪ੍ਰਾਪਰਟੀ ਆ, ਤੇ ਜੇ ਸਾਨੂੰ ਲੋੜ ਪਈ ਅਸੀਂ ਆਸਟ੍ਰੇਲੀਆ ਦੇ ਵਿੱਚ ਪੜ੍ਹਨ ਵਾਸਤੇ ਆਪਣਾ ਬੇਟਾ ਜਾਂ ਬੇਟੀ ਭੇਜਣਾ ਚਾਹੁੰਦੇ ਆ, ਭੇਜ ਰਹੇ ਨੇ, ਅਸੀਂ ਉਹਨਾਂ ਨੂੰ ਸਪੋਰਟ ਕਰਾਂਗੇ। ਪਰ ਸੇਮ ਹਾਲਾਤ ਪੂਰੇ ਵਰਲਡ ਦੇ ਨੇ, ਨਾ ਕਿ ਇੱਕ ਕੰਟਰੀ ਦੇ ਆ। ਜੇ ਓਨਲੀ ਆਸਟ੍ਰੇਲੀਆ ਦੇ ਹੋਣ ਤਾਂ ਉਹ ਬੈਕਗਰਾਊਂਡ ਤੋਂ ਮਨੀ ਮੰਗਾ ਸਕਦੇ ਆ। ਉੱਥੇ ਵੀ ਲੋਕਡਾਊਨ ਹੈ, ਇੱਥੇ ਵੀ ਲੋਕਡਾਊਨ ਆ, ਉਹ ਵੀ ਇਹ ਵੀ ਜੇ 6 ਮਹੀਨੇ ਜਿਹੜੀ ਜੋਬ ਕਰ ਰਹੇ ਆ ਉਹ ਵੀ ਟੈਕਸ ਪੇ ਕਰ ਰਹੇ ਆ। ਜਦੋਂ ਜੋਬ ਕਰਦੇ ਆ ਅਸੀਂ ਸਟੂਡੈਂਟ ਵੀ, ਤੇ ਉਹ ਪੂਰਾ ਜੋ ਆਸਟ੍ਰੇਲੀਅਨ ਲਾ ਵਾ, ਜਾਂ ਚਾਹੇ ਉਹ ਸਿਟੀਜ਼ਨ ਹੈ, ਜਾਂ ਉਵੇਂ ਹੀ ਪੇ ਕਰਦਾ ਵਾ ਜੋ ਸਿਟੀਜ਼ਨ ਵਗੈਰਾ ਪੇ ਕਰਦੇ ਨੇ। ਤੇ ਇਸ ਕਰਕੇ ਹੁਣ ਮੇਰੇ ਖਿਆਲ 'ਚ ਵੀ ਗੌਰਮੈਂਟ ਨੂੰ ਉਹਨਾਂ ਬਾਰੇ ਕੁਝ ਸੋਚਣਾ ਚਾਹੀਦਾ ਵਾ। ਪਰ ਮੈਨੂੰ ਜ਼ਿਆਦਾ ਇਹ ਲੱਗਦਾ ਹੈ ਕਿ ਗਵਰਨਮੈਂਟ ਨੇ ਕਿਸੇ ਹੱਦ ਤੱਕ ਨਾ ਕਰ ਦਿੱਤੀ ਹੈ ਆਪਣੇ ਵੱਲੋਂ, ਬੜੇ ਸਮਾਰਟ ਵੇ ਦੇ ਨਾਲ ਨਾ ਕਰ ਦਿੱਤੀ ਹੈ ਕਿ ਤੁਸੀਂ ਆਪਣੇ ਫੰਡਸ ਸ਼ੋ ਕਰਕੇ ਆਉਣਾ, ਜਿੱਦਾਂ ਅੰਚਲ ਜੀ ਕਹਿ ਰਹੇ ਨੇਗੇ। ਅਸੀਂ ਐਜ਼ ਏ ਕਮਿਊਨਿਟੀ ਮੈਂਬਰ ਕਿੱਥੇ ਕਿੱਥੇ ਸਪੋਰਟ ਕਰ ਸਕਦੇ ਹਾਂ। ਚਲੋ 2 ਜਿਹੜੀਆਂ ਉਹਨਾਂ ਨੇ ਪਟੀਸ਼ਨਸ ਓਪਨ ਕੀਤੀਆਂ ਨੇ, ਹੋ ਸਕਦਾ ਉਹਨਾਂ ਦਾ ਥੋੜਾ ਬਹੁਤਾ ਅਸਰ ਕਿਤੇ ਜਾਵੇ। ਰੈੱਡ ਕਰਾਸ ਇੱਕ ਸੰਸਥਾ ਆਈ ਹੈ ਜਿਹੜੀ ਆਪਣੇ ਵੱਲੋਂ ਸਪੋਰਟ ਕਰਨਾ ਚਾਹ ਰਹੀ ਹੈ ਸਟੂਡੈਂਟਸ ਦੀ। ਉਹ ਕਿੱਥੇ ਤੱਕ ਉਸ ਦਾ ਰਿਜ਼ਲਟ ਆਉਂਦਾ, ਉਹ ਸਮਾਂ ਦੱਸੂਗਾ ਆਉਣ ਵਾਲੇ ਸਮੇਂ ਦੇ ਵਿੱਚ। ਬਟ ਜਿਸ ਤਰ੍ਹਾਂ ਟੈਕਸੀ ਇੰਡਸਟਰੀ ਦੇ ਵਿੱਚ ਇੱਕ ਗੱਲ ਰੋਬੀ ਜੀ ਮੈਂ ਹੋਰ ਮੈਂਸ਼ਨ ਕਰਨੀ ਚਾਹੁੰਦਾ ਵੀ ਜਿਹੜੇ ਸਾਡੇ ਆਰਜੀ ਵੀਜ਼ੇ ਵਾਲੇ, ਵਰਕ ਵੀਜ਼ੇ ਵਾਲੇ ਜਾਂ ਸਟੂਡੈਂਟ ਨੇ, ਜਾਂ ਵੀਜ਼ਾ ਜਿਹਨੂੰ ਆਪਾਂ ਅਸਥਾਈ ਵੀਜ਼ਾ ਧਾਰਕ ਕਹਿੰਦੇ ਆ, ਉਹ ਜ਼ਿਆਦਾਤਰ ਜਿਹੜੇ ਸਾਡੇ ਪੰਜਾਬੀ ਭਾਈਚਾਰਾ ਵਾ ਉਹ ਡਰਾਈਵਰੀ ਕਿੱਤੇ ਨਾਲ ਜੁੜਿਆ ਵਾ, ਤੇ ਮੋਸਟਲੀ ਉਹ ਟੈਕਸੀ ਡਰਾਈਵਰ ਨੇ। ਜੇ ਆਪਾਂ ਐਡੀਲੇਡ 'ਚ ਵੀ ਲਾ ਲਈਏ ਆਪਣੀ ਸਟੇਟ 'ਚ, ਤੇ ਇੱਥੇ ਵੀ 85% ਜਿਹੜੇ ਆ ਉਹ ਡਰਾਈਵਰ ਟੈਕਸੀ ਚਲਾਉਂਦੇ ਆ। ਜੀ। ਤੇ ਜੇ ਟੈਕਸੀ, ਏਅਰਪੋਰਟ, ਪੱਬ, ਕਲੱਬ, ਗੇਮਾਂ ਦੇ ਜਿਹੜੇ ਈਵੈਂਟ ਨੇ, ਖੇਡਾਂ ਦੇ ਪ੍ਰੋਗਰਾਮ, ਤੇ ਪਬਲਿਕ ਜਿਹੜੀ ਗੈਦਰਿੰਗ ਹੁੰਦੀ ਆ, ਉਹ ਤੇ ਲੋਕਾਂ ਦੀਆਂ ਜਿਹੜੀਆਂ ਪਾਰਟੀਆਂ ਨੇ, ਜਿਹੜੀਆਂ ਵੀ 100 ਤੋਂ ਵੱਧ ਪਾਰਟੀਆਂ ਨਹੀਂ ਕਰ ਸਕਦੇ ਜਿਹੜੀ
ਗੌਰਮੈਂਟ ਨੇ ਕੀਤਾ ਵੀ 2 ਤੋਂ ਵੱਧ ਅਸੀਂ ਇਕੱਠੇ ਨਹੀਂ ਹੋ ਸਕਦੇ ਬਾਹਰ। ਉਹਨਾਂ ਕਰਕੇ ਉਹਨਾਂ ਦੀਆਂ ਜੋਬਾਂ ਦੇ ਵਿੱਚ ਭਾਰੀ ਗਿਰਾਵਟ ਆਈ, ਜਿਸ ਕਾਰਨ ਜਿਹੜੇ ਆ ਉਹ ਬਹੁਤ ਸਾਰੇ ਜੋਬ ਨਹੀਂ ਕਰ ਰਹੇ ਆ ਇਹ ਵੇਲੇ। ਜੇ ਅਸੀਂ ਹਾਂਜੀ ਥੋੜਾ ਨਜ਼ਰ ਮਾਰੀਏ ਤਾਂ ਜਿੱਦਾਂ ਅਭੀ ਸੰਧੂ ਹੋਰਾਂ ਦਾ ਮੈਸੇਜ ਆਇਆ ਹੈਗਾ, ਉਹ ਕਹਿਣਾ ਚਾਹ ਰਹੇ ਨੇ ਕਿ ਪੰਜਾਬ ਲੋਕਾਂ ਦੇ ਵਿੱਚ ਡਰ ਬਹੁਤ ਜ਼ਿਆਦਾ ਪਾਇਆ ਗਿਆ, ਲੋਕਾਂ ਨੂੰ ਡਰਾ ਦਿੱਤਾ ਗਿਆ ਕਰੋਨਾ ਵੱਲੋਂ। ਪਹਿਲਾਂ ਵੀ ਏਦਾਂ ਦੀਆਂ ਜਿਹੜੀਆਂ ਡਿਜ਼ੀਜ਼ ਆਈਆਂ, ਪਰ ਇਹ ਤੁਹਾਨੂੰ ਲੱਗ ਰਿਹਾ ਕਿ ਇਸ ਦਾ ਉਹ ਡਰ ਜ਼ਿਆਦਾ ਜਾਂ ਵਾਕਈ ਇਹ ਬਹੁਤ ਜ਼ਿਆਦਾ ਖਤਰਨਾਕ ਆ? ਅਫਕੋਰਸ ਜਿਸ ਹਿਸਾਬ ਨਾਲ ਮੌਤਾਂ ਹੋ ਰਹੀਆਂ ਅਮਰੀਕਾ ਦੇ ਵਿੱਚ, ਡਰ ਨਾਲ ਇਸ ਦੀ ਜਿਹੜੀ ਰਿਸਕ ਲੈਵਲ ਆ, ਜਿਹੜਾ ਖਤਰਾ, ਉਹ ਵੀ ਵਾਕਈ ਆਪਣੇ ਆਪ 'ਚ ਬਹੁਤ ਵੱਡਾ ਲੱਗ ਰਿਹਾ। ਜੀ ਬਿਲਕੁਲ, ਮੈਂ ਕਹਿੰਦੀ ਹਾਂ ਇਹ ਜਿਹੜੀ ਡਰਨ ਵਾਲੀ ਚੀਜ਼ ਹੈ, ਇਹਦੇ ਵਿੱਚ ਡਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਪਤਾ ਕਿ ਅਗਰ ਡਰਾਂਗੇ ਤੇ ਆਪਾਂ ਇਹਤਿਆਤ ਵਰਤਾਂਗੇ, ਕਿਉਂਕਿ ਜਦੋਂ ਸਾਨੂੰ ਕਿਸੇ ਚੀਜ਼ ਦਾ ਡਰ ਹੁੰਦਾ ਹੈ ਤੇ ਤਾਂ ਹੀ ਉਸ ਚੀਜ਼ਾਂ ਤੋਂ ਆਪਾਂ ਇਹਤਿਆਤ ਵਰਤ। ਠੀਕ ਹੈ, ਡਰਾਂਗੇ ਤੇ ਆਪਾਂ ਦੇਖਾਂਗੇ ਕਿ ਵੀ ਹਾਂ ਆਪਾਂ ਇਹ ਚੀਜ਼ ਨਹੀਂ ਕਰਨੀ ਹੈ, ਕਿਉਂਕਿ ਇੰਡੀਆ 'ਚ ਜਿਸ ਤਰ੍ਹਾਂ ਕਿ ਕੇਸਿਸ ਵੱਧ ਰਹੇ ਨੇ, ਮੌਤਾਂ ਦੀ ਗਿਣਤੀ ਅਪਰੋਕਸੀਮੇਟਲੀ 500 ਦੇ ਕਰੀਬ ਹੋਣ ਵਾਲੀ ਹੈ, ਤੇ ਇਸ ਦੇ ਨਾਲ ਹੀ ਜਿਹੜੇ ਹੈਗੇ 12-13 ਹਜ਼ਾਰ ਤੋਂ ਉੱਪਰ ਜਿਹੜੇ ਨੇ ਕੇਸਿਸ ਵੱਧ ਗਏ ਨੇ, ਤੇ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਕੇਸਾਂ ਦਾ ਵਧਣਾ, ਮੈਨੂੰ ਲੱਗਦਾ ਹੈ ਕਿ ਹਰ ਇੱਕ ਨੂੰ ਡਰਨਾ ਬਹੁਤ ਜ਼ਰੂਰੀ ਹੈ, ਤੇ ਡਰਨਾ ਹੀ, ਅਗਰ ਡਰਾਂਗੇ ਤੇ ਆਪਾਂ ਤਾਂ ਹੀ ਉਸ ਦੇ ਵਿੱਚ ਕੁਝ ਕਰ ਸਕਦੇ ਹਾਂ। ਜੀ ਕੋਹਰ ਸਾਹਿਬ, ਇੰਡੀਆ ਦੇ ਪੂਰੇ ਜਿਹੜਾ ਇੰਡੀਆ ਦੇ ਵਿੱਚ ਜੋ ਹੋ ਰਿਹਾ, ਜਿੱਦਾਂ ਦਾ ਲੋਕਾਂ ਦਾ ਬਿਹੇਵੀਅਰ ਆ, ਇੰਦੌਰ ਦੇ ਵਿੱਚ ਇੱਕ ਮਰੀਜ਼ ਜਿਹੜਾ 4 ਜਾਣੇ ਸ਼ਾਇਦ ਸੀ ਕੁੱਲ, ਉਹਨਾਂ ਦੇ ਵਿੱਚ ਇੱਕ ਨੂੰ ਜਦੋਂ ਆਇਡੈਂਟੀਫਾਈ ਕਰਦੇ ਨੇ ਉਹ ਦੌੜ ਜਾਂਦਾ ਛੁਡਾ ਕੇ ਹਸਪੀਟਲ ਦੇ ਵਿੱਚੋਂ, ਤੇ ਹੁਣ ਪੁਲਿਸ ਉਸ ਨੂੰ ਲੱਭ ਰਹੀ ਆ। ਤੇ ਕੀ ਕਹੋਗੇ, ਏਦਾਂ ਦਾ ਜਿਹੜਾ ਬਿਹੇਵੀਅਰ ਆ, ਉੱਥੇ ਬਹੁਤ ਵੱਡੀ ਪਾਪੂਲੇਸ਼ਨ ਆ, ਤਾਂ ਕਿੱਧਰ ਨੂੰ ਲੀਡ ਕਰ ਰਹੀ ਆ ਉਹ ਕੰਟਰੀ? ਨਹੀਂ, ਉੱਥੇ ਦਾ ਜਿਹੜਾ ਸਿਸਟਮ ਆ ਉਹ ਬੜਾ ਅਫੈਕਟ ਕਰਦਾ ਵਾ ਮਹਾਂਮਾਰੀ ਦੇ ਦਿਨਾਂ ਦੇ ਵਿੱਚ, ਤੇ ਜਿਸ ਹਿਸਾਬ ਨਾਲ ਉੱਥੇ ਸਿਸਟਮ ਲਾਗੂ ਕੀਤਾ ਜਾ ਰਿਹਾ ਵਾ, ਤੇ ਦੂਸਰਾ ਜਿਹੜਾ ਲੋਕਾਂ ਦੇ ਵਿੱਚ ਜਿਹੜੀ ਅਨਪੜ੍ਹਤਾ ਵਾ, ਅਵੇਅਰਨੈਸ ਨਹੀਂ ਹੈਗੀ ਇਸ ਬਿਮਾਰੀ ਦੇ ਬਾਰੇ, ਉਹ ਜ਼ਿਆਦਾ ਅਫੈਕਟ ਕਰਦੀ ਆ। ਜੇ ਉਹਨਾਂ ਦੇ ਵਿੱਚ ਅਵੇਅਰਨੈਸ ਹੋਵੇ, ਉਹਨਾਂ ਨੂੰ ਪ੍ਰੋਪਰ ਗਾਈਡ ਕੀਤਾ ਜਾਵੇ ਗਿਆ ਹੋਵੇ, ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਇਸ ਤਰ੍ਹਾਂ ਦੀ ਨੌਬਤ ਆਊਗੀ ਵੀ ਜਦੋਂ ਕਰੋਨਾ ਵਾਇਰਸ ਤੋਂ ਅਫੈਕਟਡ ਹੋਵੇ ਤੇ ਉਹ ਹਸਪੀਟਲ ਭੱਜ ਗਏ। ਗੱਲ ਦੇ ਵਿੱਚ ਅੰਚਲ ਜੀ, ਕਿਉਂਕਿ ਲੀਡਰਾਂ ਨੇ, ਉੱਥੋਂ ਦੇ ਜਿਹੜੇ ਪੋਲੀਟੀਸ਼ੀਅਨਸ ਨੇ, ਉਹਨਾਂ ਨੇ ਕਿਸੇ ਉਸ ਤਰੀਕੇ ਨਾਲ ਕਦੇ ਸੋਚਿਆ ਨਹੀਂ ਕਿ ਇੱਕਦਮ ਕੁਇਕਲੀ ਰਿਐਕਸ਼ਨ ਉੱਥੋਂ ਦੇ ਲੋਕ, ਕਿਉਂਕਿ ਉਹ ਜਿਹੜੀ ਪਬਲਿਕ ਆ ਉੱਥੋਂ ਦੀ, ਉਹ ਜ਼ਿਆਦਾ ਭਗਤ ਆ ਕਿਸੇ ਨਾ ਕਿਸੇ ਪੋਲੀਟੀਸ਼ੀਅਨ ਦੀ ਭਗਤ ਆ ਉਹ, ਸੋ ਉਹ ਜਿੱਧਰ ਨੂੰ ਕਹਿ ਦੂਗਾ, ਜੋ ਕਹਿ ਦੂਗਾ ਜਾਂ ਕਰ ਲੂਗਾ, ਤਾਂ ਉਸੇ ਤਰੀਕੇ ਨਾਲ ਉੱਥੇ ਰਿਐਕਸ਼ਨ ਹੁੰਦਾ। ਜਿਹੜੀ ਉਸ ਭਗਤੀ ਦੇ ਅਗੇਂਸਟ ਆ, ਤਾਂ ਉਹ ਚਾਹੇ ਉਹਨਾਂ ਨੂੰ ਸਹੀ ਦੱਸਿਆ ਜਾ ਰਿਹਾ ਤਾਂ ਵੀ ਉਸ ਦੇ ਅਗੇਂਸਟ ਹੀ ਚੱਲੂ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਰਦੀਆਂ, ਬਟ ਚਲੋ ਇੰਡੀਆ ਦੇ ਵਿੱਚ ਏਦਾਂ ਦਾ ਬਿਹੇਵ ਹੋ ਰਿਹਾ, ਤਾਂ ਅਮਰੀਕਾ ਦੇ ਵਿੱਚ ਤਾਂ ਲੋਕ ਉਸ ਤਰ੍ਹਾਂ ਨਹੀਂ ਸੋਚਦੇ, ਤੇ ਅਮਰੀਕਾ ਦੇ ਵਿੱਚ ਵੀ ਤਾਂ ਬਹੁਤ ਜ਼ਿਆਦਾ ਤੇਜ਼ੀ ਨਾਲ ਫੈਲ ਰਿਹਾ। ਉੱਥੇ ਕੀ ਕਾਰਨ ਹੋ ਸਕਦਾ ਅੰਚਲ, ਤੁਹਾਨੂੰ ਕੀ ਲੱਗਦਾ? ਉੱਥੇ ਮੈਨੂੰ ਲੱਗਦਾ ਹੈ ਕਿ ਉੱਥੇ ਜਿਹੜੀ ਗੌਰਮੈਂਟ ਹੈ, ਲੋਕਡਾਊਨ ਦੇ ਵਿੱਚ ਉਹਨਾਂ ਦੀ ਜਿਹੜੀ ਬਹੁਤ ਜ਼ਿਆਦਾ ਢਿੱਲ ਹੈਗੀ ਹੈ, ਤੇ ਉੱਥੇ ਤਾਂ ਲੋਕਡਾਊਨ ਕਾਫੀ ਜ਼ਿਆਦਾ ਤੇ ਕੀਤਾ ਹੀ ਨਹੀਂ ਜਾ ਰਿਹਾ, ਤਾਂ ਕਿ ਆਪਾਂ ਸਖਤਾਈ ਜਿਹੜੀ ਗੱਲ ਕਹਿ ਸਕਦੇ ਹਾਂ ਨਾ, ਸਰਕਾਰ ਦੇ ਵੱਲੋਂ ਸਖਤਾਈ ਨਹੀਂ ਵਰਤੀ ਜਾ ਰਹੀ, ਜਿਸ ਤਰ੍ਹਾਂ ਮੈਂ ਖਬਰਾਂ ਪੜ੍ਹੀਆਂ ਨੇ, ਤੇ ਸਖਤਾਈ ਵਰਤੀ ਜਾਵੇ ਤੇ ਮੈਨੂੰ ਲੱਗਦਾ ਉੱਥੇ ਵੀ ਕਾਫੀ ਜ਼ਿਆਦਾ ਸੁਧਾਰ ਹੋ ਸਕਦਾ। ਜਿਸ ਤਰ੍ਹਾਂ ਕਿ ਇਟਲੀ ਦੇ ਵਿੱਚ ਇੰਨਾ ਜ਼ਿਆਦਾ ਹੋਇਆ ਸੀ, ਤੇ ਸਟਾਰਟਿੰਗ ਦੇ ਵਿੱਚ ਉੱਥੇ ਦੀ ਸਰਕਾਰ ਨੇ ਵੀ ਇੰਨੀ ਜ਼ਿਆਦਾ ਸਖਤਾਈ ਨਹੀਂ ਵਰਤੀ ਸੀ, ਤੇ ਤਾਂ ਹੀ ਉਹ ਜਿਹੜਾ ਕੰਮ ਬਹੁਤ ਜ਼ਿਆਦਾ ਵੱਧ ਗਿਆ ਸੀਗਾ, ਤੇ ਇਸੇ ਤਰ੍ਹਾਂ ਹੀ ਅਮਰੀਕਾ ਦੇ ਵਿੱਚ ਹੋ ਰਿਹਾ ਹੈ। ਤੇ ਜਦੋਂ ਹੁਣ ਅਮਰੀਕਾ ਦੇ ਵਿੱਚ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਲੋਕਾਂ ਦੇ ਮਰਨ ਦੀਆਂ ਖਬਰਾਂ ਆ ਰਹੀਆਂ ਨੇ ਕਰੋਨਾ ਵਾਇਰਸ ਦੇ ਕਰਕੇ, ਉੱਥੇ ਦੀ ਸਰਕਾਰ ਨੂੰ ਵੀ ਚਾਹੀਦਾ ਹੈ, ਮੈਨੂੰ ਲੱਗਦਾ ਹੈ ਕਿ ਉੱਥੇ ਦੀ ਸਰਕਾਰ ਇਕੋਨਮੀ ਨੂੰ ਜ਼ਿਆਦਾ ਤਰਜੀਹ ਦੇ ਰਹੀ ਹੈ ਰਾਦਰ ਦੈਨ ਕਿ ਲੋਕਾਂ ਦੀ ਜਿਹੜੀ ਸਿਹਤ ਨੂੰ ਔਰ ਲੋਕਾਂ ਦੀ ਜ਼ਿੰਦਗੀ ਨੂੰ ਲੈ ਕੇ। ਤੇ ਇਸੇ ਤਰ੍ਹਾਂ ਅਗਰ ਜੇ ਤੁਸੀਂ ਦੇਸ਼ ਭਗਤੀ ਦੀ ਜਾਂ ਆਪਾਂ ਕਿਸੇ ਵੀ ਲੀਡਰਸ਼ਿਪ ਦੀ ਭਗਤੀ ਦੀ ਗੱਲ ਕਰਦੇ ਹਾਂ, ਤੇ ਠੀਕ ਹੈ, ਜਦੋਂ ਮੈਂ ਕਹਿੰਦੀ ਹਾਂ ਕਿ ਇੰਡੀਆ ਦੇ ਵਿੱਚ ਜਿਹੜੇ ਹੈਗੇ ਆ ਪ੍ਰਾਈਮ ਮਿਨਿਸਟਰ ਨੇ ਪਹਿਲੇ ਕਿਹਾ ਸੀਗਾ ਕਿ ਵੀ ਹਾਂ ਤੁਸੀਂ ਬਰਤਨ ਖੜਕਾਣੇ ਆ, ਠੀਕ ਹੈ, ਮੈਨੂੰ ਨਹੀਂ ਪਤਾ ਕਿ ਉਸ ਵਿੱਚ ਉਹਨਾਂ ਦਾ ਕੀ ਲੌਜਿਕ ਹੈ, ਠੀਕ ਹੈ, ਉਹਨਾਂ ਨੇ ਕਾਫੀ ਲੋਕਾਂ ਨੇ ਕੁਝ ਲੌਜਿਕ ਵੀ ਦਿੱਤੇ, ਹਾਂ ਬਰਤਨ ਖੜਕਾਉਣ ਦੇਣਾ, ਪਰ ਲੋਕਾਂ ਨੇ ਉਸ ਚੀਜ਼ ਦਾ ਗਲਤ ਮੈਸੇਜ ਅਡੋਪਟ ਕੀਤਾ। ਫਿਰ ਉਸ ਤੋਂ ਬਾਅਦ ਕਿਹਾ ਸੀ ਲਾਈਟ ਜਗਾਉਣੀ ਹੈ, ਲਾਈਟ ਜਗਾਉਣ ਨੂੰ ਲੈ ਕੇ ਲੋਕੀ ਤਾਂ ਸੜਕਾਂ ਤੇ ਉਤਰ ਆਏ ਸੀਗੇ,
ਤੇ ਉਸ ਚੀਜ਼ ਦਾ ਰਿਜ਼ਲਟ ਕੀ ਹੋਇਆ ਸੀਗਾ ਆਫਟਰ 2-3 ਡੇਜ਼ ਜਦੋਂ ਦੇਖਿਆ ਗਿਆ ਸੀ ਜਾਂ ਕਾਫੀ ਦਿਨਾਂ ਬਾਅਦ ਜਦੋਂ ਦੇਖਿਆ ਗਿਆ ਉਸ ਚੀਜ਼ ਨਾਲ ਜਿਹੜੇ ਕੇਸਿਸ ਨੇ ਵੱਧ ਰਹੇ ਨੇ। ਤੇ ਹੁਣ ਫਿਰ ਮੈਂ ਇੱਥੇ ਅਗੇਨ ਉਹੀ ਗੱਲ ਕਰਾਂਗੀ ਕਿ 20 ਤਰੀਕ ਤੋਂ ਉਹਨਾਂ ਨੇ ਜਿਹੜੀ ਕਰਫਿਊ ਦੇ ਵਿੱਚ ਕੁਝ ਢਿੱਲ ਦੇਣ ਦੀ ਗੱਲ ਕਹੀ ਗਈ ਹੈ ਸਰਕਾਰ ਦੇ ਵੱਲੋਂ ਕਾਫੀ ਥਾਵਾਂ ਤੇ ਜਿਸ ਤਰ੍ਹਾਂ ਕਿਹਾ ਗਿਆ ਹੈ ਕਿ ਜਿਹੜੀਆਂ ਕਾਫੀ ਜ਼ਿਆਦਾ ਜਿਹੜੀਆਂ ਸ਼ਾਪਸ ਨੇ ਖੋਲ੍ਹੀਆਂ ਜਾਣਗੀਆਂ ਤੇ ਲੋਕੀ ਘਰੋਂ ਬਾਹਰ ਆ ਸਕਦੇ ਨੇ, ਪਰ ਇੱਕ ਸੋਸ਼ਲ ਡਿਸਟੈਂਸਿੰਗ ਦਾ ਉਹ ਵੀ ਧਿਆਨ ਰੱਖ ਰਹੇ ਨੇ। ਪਰ ਮੈਨੂੰ ਲੱਗਦਾ ਹੈ ਇੰਡੀਆ ਵਰਗੇ ਦੇਸ਼ ਦੇ ਵਿੱਚ ਜਿੱਥੇ ਲੋਕਡਾਊਨ ਦੇ ਵਿੱਚ ਹੀ ਇੰਨੇ ਜ਼ਿਆਦਾ ਜਿਹੜੇ ਲੋਕਾਂ ਦੀ ਕੇਸਾਂ ਦੀ ਗਿਣਤੀ ਵੱਧ ਰਹੀ ਹੈ, ਅਗਰ ਜੇ ਲੋਕਡਾਊਨ ਦੇ ਵਿੱਚ ਥੋੜ੍ਹੀ ਢਿੱਲ ਦਿੱਤੀ ਜਾਏਗੀ ਇਹ ਜਿਹੜੇ ਮਾਮਲੇ ਨੇ ਹੋਰ ਵੀ ਵੱਧ ਸਕਦੇ ਨੇ। ਮੈਨੂੰ ਨਹੀਂ ਲੱਗਦਾ ਕਿ ਸਰਕਾਰ ਦਾ ਜਿਹੜਾ ਸਹੀ ਫੈਸਲਾ ਹੈ ਕਿ ਲੋਕਡਾਊਨ ਦੇ ਵਿੱਚ ਢਿੱਲ ਦੇਣਾ, ਕਿਉਂਕਿ ਜਿਹੜੀ ਇੰਡੀਆ ਦੇ ਵਿੱਚ ਜਿਸ ਤਰੀਕੇ ਦੇ ਨਾਲ ਵੱਧ ਰਹੀ ਹੈ ਇਸੇ ਹੀ ਤਰੀਕੇ ਦੇ ਨਾਲ ਔਰ ਇਸੇ ਹੀ ਰੇਸ਼ੋ ਦੇ ਨਾਲ ਇਟਲੀ ਦੇ ਵਿੱਚ ਵੀ ਇਹ ਬਿਮਾਰੀ ਵਧੀ ਸੀ। ਕਿਸਾਨਾਂ ਦਾ ਕੀ ਹੋਏਗਾ ਕੋਹਰ ਸਾਹਿਬ ਪੰਜਾਬ ਦੇ ਵਿੱਚ? ਕਿਸਾਨਾਂ ਦਾ ਅਜੇ ਤੱਕ ਠੀਕ ਹੈ, ਜਿੱਥੇ ਜਿਹੜੇ ਵੀ ਪ੍ਰਵਾਸੀ ਭਾਈਚਾਰਾ ਨਹੀਂ ਜਿਵੇਂ ਏਅਰਪੋਰਟ ਵਗੈਰਾ ਨਹੀਂ ਹੈਗੇ, ਲੋਕਾਂ ਦਾ ਬਾਹਰੋਂ ਆਉਣ ਜਾਣ ਨਹੀਂ ਹੈਗਾ, ਜਿਵੇਂ ਪੇਂਡੂ ਇਲਾਕੇ ਆ ਉਹਨਾਂ ਵਿੱਚ ਅਜੇ ਸੇਫ ਹੈ ਇਹ ਬਿਮਾਰੀ ਤੋਂ। ਤੇ ਇਫੈਕਟ ਉਹਨਾਂ ਨੂੰ ਵੀ ਹੋਇਆ ਵਾ, ਉਹਨਾਂ ਦੀ ਫਸਲਾਂ ਹੁਣ ਮੇਰੇ ਖਿਆਲ ਪੱਕਣ ਵਾਲੀਆਂ ਨੇ, ਕਣਕ ਦੀ ਫਸਲ ਹੋਣ ਵਾਲੀ ਆ ਤੇ ਉਹ ਵੀ ਅਜੇ ਜਿਹੜੇ ਖਰੀਦਦਾਰ ਜਾਂ ਮੰਡੀਆਂ ਦੇ ਵਿੱਚ ਜਾਣ ਲੱਗਿਆ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੂੰ ਵੀ। ਹੁਣ ਤਾਂ ਮੇਰੇ ਖਿਆਲ ਚ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਭਾਈ ਐਨਆਰਆਈ ਭਰਾਵੋ ਤੁਸੀਂ ਫੋਨ ਕਰਕੇ ਉਹਨਾਂ ਨੂੰ ਸਮਝਾਓ, ਕਿਉਂਕਿ ਐਨਆਰਆਈਆਂ ਨੂੰ ਤਾਂ ਪਿੱਛੇ ਪੈ ਜਾਂਦੇ ਨੇ। ਹੁਣ ਅੱਜ ਕੱਲ ਤਾਂ ਅਸੀਂ ਕਾਫੀ ਅੱਗੇ ਗੱਲ ਚੱਲਣ ਦੀ ਪਹਿਲੋਂ ਐਨਆਰਏ ਜਾਂਦਾ ਸੀ ਤੇ ਸਾਰੇ ਰਿਸ਼ਤੇਦਾਰ ਉਹਨਾਂ ਨੂੰ ਮਿਲਣ ਆਉਂਦੇ ਸੀ, ਹੁਣ ਐਨਆਰਏ ਜਾਂਦਾ ਤੇ ਘਰ ਵਾਲੇ ਬਾਹਰ ਭੱਜ ਜਾਂਦੇ। ਮੈਂ ਪੰਜਾਬ ਗੌਰਮੈਂਟ ਦੀ ਖਾਸ ਕਰਕੇ ਗੱਲ ਕਰਨਾ ਚਾਹਾਂਗਾ ਇੱਕ ਮਿੰਟ ਵੀ ਉੱਥੇ ਰਾਹਤ ਸਮੱਗਰੀ ਵੀ ਦਿੱਤੀ ਜਾ ਰਹੀ ਆ, ਪਰ ਰਾਹਤ ਸਮੱਗਰੀ ਦੇ ਨਾਲ ਆਪਣੀਆਂ ਵੋਟ ਬੈਂਕ ਪੱਕੇ ਕੀਤੇ ਜਾ ਰਹੇ ਆ। ਹਰ ਇੱਕ ਪੈਕਟ ਦੇ ਉੱਤੇ ਆਪੋ ਆਪਣੀ ਪਾਰਟੀ ਦੀਆਂ ਵੋਟਾਂ ਫੋਟੋਆਂ ਲਾ ਕੇ ਉਹਨਾਂ ਨੂੰ ਦੇਣਾ, ਜਿਹਨੂੰ ਉਹਦੀ ਫੋਟੋ ਨਸ਼ਰ ਕਰਨੀ, ਉਹਦੀ ਵੀਡੀਓ ਬਣਾ ਕੇ ਨਸ਼ਰ ਕਰਨੀ, ਵੀ ਆਹ ਕਰ ਰਹੇ ਆ। ਇਹੋ ਜਿਹੇ ਰਾਹਤ ਕੰਮਾਂ ਦੇ ਵਿੱਚ ਇਹੋ ਜਿਹੀਆਂ ਗੱਲਾਂ ਸੁਭਦੀਆਂ ਨਹੀਂ ਮੈਨੂੰ ਲੱਗਦਾ। ਠੀਕ ਨਹੀਂ ਹੋ ਰਿਹਾ। ਜੇ ਕਿਸੇ ਨੇ ਦਾਨ ਕਰਨਾ ਤੇ ਗੁਪਤ ਦਾਨ ਕਰੇ, ਖੁੱਲ੍ਹ ਲਈ ਨਾ, ਜਿਵੇਂ ਆਪਾਂ ਗੁਰਦੁਆਰੇ 'ਚ ਦਾਨ ਦਿੰਦੇ ਆ ਤੇ ਆਪਾਂ ਨਾਂ ਨਹੀਂ ਲੈਂਦੇ, ਕਹਿੰਦੇ ਬਾਬੇ ਨੇ ਤਾਂ ਗਾਹ ਦੇ ਦਿੱਤਾ ਹਨਾ, ਤੇ ਇਹ ਠੀਕ ਨਹੀਂ ਲੱਗਦਾ। ਜੋ ਕੁਝ ਵੀ ਹੋ ਰਿਹਾ ਆ, ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਹੈ ਕਿ ਸਾਨੂੰ ਜਿਹੜੇ ਹੈਲਥ ਡਿਪਾਰਟਮੈਂਟ ਔਰ ਜਿਹੜੇ ਪੁਲਿਸ ਡਿਪਾਰਟਮੈਂਟ ਨੂੰ ਸਲੂਟ ਕਰਨਾ ਚਾਹੀਦਾ ਹੈ। ਦੇ ਆਰ ਰੀਅਲੀ ਗੁੱਡ। ਜੀ ਹਾਂਜੀ, ਔਰ ਜਿਹੜੇ ਇਸ ਵੇਲੇ ਕਰੋਨਾ ਮਹਾਂਮਾਰੀ ਦੇ ਦੌਰਾਨ ਕੰਮ ਦੇ ਵਿੱਚ ਰੁੱਝੇ ਆ ਡਾਕਟਰ, ਨਰਸ, ਪੈਰਾਮੈਡੀਕਲ ਸਟਾਫ ਜਿੰਨਾ ਵੀ ਹੈ ਵਰਲਡ ਦੇ ਵਿੱਚ, ਸਾਰਿਆਂ ਨੂੰ ਸਲੂਟ ਕਰਨਾ ਚਾਹੀਦਾ, ਖਾਸ ਕਰਕੇ ਡਾਕਟਰਾਂ ਨੂੰ ਤੇ ਜਿਹੜੇ ਗਰਾਊਂਡ ਲੈਵਲ 'ਤੇ ਕੰਮ ਕਰਦੇ ਉਹਨਾਂ ਨੂੰ। ਤੇ ਕਾਫੀ ਕੰਪਨੀਆਂ ਨੇ ਉਹਨਾਂ ਨੂੰ ਵੀ ਰਾਹਤ ਵੀ ਦਿੱਤੀ ਹੈ, ਜਾਂ ਜਿਵੇਂ ਜੋਬ ਦੇ ਦੌਰਾਨ ਖਾਣਾ ਪ੍ਰੋਵਾਈਡ ਕਰਨਾ ਜਾਂ ਕੁਛ, ਤੇ ਵਧੀਆ ਵਾ ਸਪੋਰਟ ਮਿਲ ਰਹੀ, ਤੇ ਲੋਕਾਂ ਨੂੰ ਵੀ ਉਹਨਾਂ ਦਾ ਸਾਥ ਦੇਣਾ ਚਾਹੀਦਾ, ਰਿਸਪੈਕਟ ਕਰਨੀ ਚਾਹੀਦੀ ਪੈਰਾਮੈਡੀਕਲ ਸਟਾਫ ਨੇ। ਜੀ ਮੈਨੂੰ ਇਹ ਦੱਸੋ ਕਿ ਆਪਣੇ ਸਟੂਡੈਂਟਸ ਦਾ ਕੀ ਕਰੀਏ, ਕਿੱਦਾਂ ਉਹਨਾਂ ਨੂੰ ਕੀ ਕਰ ਸਕਦੇ ਆ? ਤੁਹਾਡੇ ਕੋਲ ਕੀ ਆਈਡੀਆ ਔਰ ਸਾਡੇ ਦਰਸ਼ਕਾਂ ਕੋਲ ਕੀ ਆਈਡੀਆ, ਕੀ ਕੀਤਾ ਜਾ ਸਕਦਾ? ਸਿਰਫ ਸਟੂਡੈਂਟ ਵਿਚਾਰੇ ਨਹੀਂ ਹੈ, ਟੈਂਪਰੇਰੀ ਰੈਜ਼ੀਡੈਂਸ ਜਿਨ੍ਹਾਂ ਨੂੰ ਗਵਰਨਮੈਂਟ ਵੱਲੋਂ ਕੋਈ ਸਪੋਰਟ ਨਹੀਂ ਮਿਲ ਰਹੀ ਹੈ। ਜਦੋਂ ਟੈਕਸੀ ਇੰਡਸਟਰੀ ਦੀ ਗੱਲ ਕਰਦੇ ਆ, ਉੱਥੇ ਬਹੁਤ ਸਾਰੇ ਜਿਹੜੇ ਇਸ ਏਰੀਏ ਦੇ ਨਾਲ, ਜਿਹੜੇ ਇਸ ਵੀਜ਼ੇ ਖੇਤਰ ਦੇ ਨਾਲ ਲੋਕ ਸੀਗੇ, ਉਹ ਜੌਬ ਕਰਦੇ ਸੀਗੇ ਟੈਕਸੀ ਇੰਡਸਟਰੀ ਦੇ ਵਿੱਚ, ਔਰ ਆਪਰੇਟਰਸ ਨੂੰ ਇੱਕ ਸਕੀਮ ਦੇ ਤਹਿਤ ਪੈਸੇ ਮਿਲੇ ਨੇ। ਬਟ ਸਟੂਡੈਂਟ ਤੇ ਟੈਂਪਰੇਰੀ ਰੈਜ਼ੀਡੈਂਟਸ ਨੂੰ ਕਿੱਥੋਂ ਬੈਨੀਫਿਟਸ ਮਿਲਣਗੇ? ਜਿਹੜੇ ਪਰਮਾਨੈਂਟ ਰੈਜ਼ੀਡੈਂਟਸ ਨੇ, ਜਿਹੜੇ ਸਿਟੀਜ਼ਨ ਨੇ, ਉਹ ਟੈਕਸੀ ਇੰਡਸਟਰੀ ਦੇ ਨਾਲ ਜੁੜੇ ਹੋਏ ਸਨ, ਔਰ ਉਹਨਾਂ ਨੂੰ ਜੌਬ ਸੀਕਰ ਸਾਈਡ ਤੋਂ ਜਿਹੜਾ ਉਹਨਾਂ ਨੂੰ ਖਾਣ ਪੀਣ ਲਈ ਚਲੋ ਥੋੜਾ ਗੁਜ਼ਾਰੇ ਲਈ ਪੈਸਾ ਮਿਲੂਗਾ। ਬਟ ਇਹ ਦੋਨੋਂ ਜਿਹੜੀ ਕੈਟੇਗਰੀਜ਼ ਨਹੀਂ ਆ, ਔਰ ਸਟੂਡੈਂਟ ਵੀਜ਼ੇ ਵਾਲੇ ਚਲੋ ਅਸੀਂ ਕਹ ਲਈਏ ਕਿ ਫਿਰ ਵੀ ਉਹ ਆਪਣੇ ਫੰਡਸ ਦਿਖਾ ਕੇ ਆ ਰਹੇ ਨੇ ਕਿ ਐਕਸਕਿਊਜ਼ ਬਣਦਾ। ਜਿਹੜੇ ਟੈਂਪਰੇਰੀ ਰੈਜ਼ੀਡੈਂਸ ਵਾਲੇ ਨੇਗੇ, ਉਹ ਤਾਂ ਉੱਥੋਂ ਬੁਲਾਈ ਇਸ ਕਰਕੇ ਜਾ ਰਹੇ ਨੇਗੇ ਕਿ ਤੁਸੀਂ ਭਾਈ ਉੱਥੇ ਬਹੁਤ ਸੋਹਣੀ ਜੌਬ ਕਰਦੇ ਹੋ, ਲੱਖਾਂ ਰੁਪਈਆ ਜਾਂ ਤੁਸੀਂ ਚੰਗੇ ਪੈਸੇ ਕਮਾਉਣੇ ਹੋ ਉੱਥੇ, ਤੁਸੀਂ ਤੁਹਾਡੇ ਕੋਲ ਸਕਿੱਲ ਆ, ਸਕਿੱਲ ਬੇਸ ਤੇ ਤੁਸੀਂ ਸਾਡੀ ਕੰਟਰੀ ਦੇ ਵਿੱਚ ਆਓ ਔਰ ਸਾਡੀ ਇਕਨੋਮੀ ਨੂੰ ਬੂਸਟ ਕਰੋ। ਤੇ ਉਹ ਜ਼ਿਆਦਾ ਲੁੱਟੇ ਹੋਏ ਫੀਲ ਕਰ ਰਹੇ ਨੇ। ਦੂਸਰੇ ਪਾਸਿਓਂ ਲੀਗਲੀ ਵੀ ਉਹ ਜਦੋਂ ਲੀਗਲ ਫਰੇਮ ਦੇ ਵਿੱਚ ਅਸੀਂ ਪਾ ਕੇ ਜਦੋਂ ਦੇਖਦੇ ਹਾਂ ਉਹਨਾਂ ਦੀ ਓਬਲੀਗੇਸ਼ਨ, ਤਾਂ ਉਹ ਪਿਛਲਾ ਵੀ ਲੁਟਾ ਕੇ ਆ ਗਏ ਨੇ ਤੇ ਇੱਥੇ ਵੀ ਉਹਨਾਂ ਕੋਲ ਕੁਛ ਆਉਂਦਿਆਂ ਨੂੰ ਕੁਛ ਨਹੀਂ ਮਿਲਿਆ। ਸਪੈਸ਼ਲੀ ਜਿਹੜੇ ਪਿਛਲੇ 6 ਮੰਥ ਤੋਂ ਆਏ ਨੇ, ਉਹਨਾਂ ਨੇ ਤਾਂ ਜੇ ਆਪਣੀ ਲਾਈਫ ਸ਼ੁਰੂ ਕਰਨ ਬਾਰੇ ਸੋਚ ਹੀ ਰਹੇ ਨੇ। 2-3 ਮਹੀਨੇ ਤਾਂ ਬੰਦਾ ਉਦੋਂ ਹੀ ਕਨਫਿਊਜ਼ ਰਹਿੰਦਾ ਹੈਗਾ ਕਿ ਕਰੀਏ ਤਾਂ ਕੀ ਕਰੀਏ, ਤਾਂ ਕਿਉਂਕਿ ਆਲੇ ਦੁਆਲੇ ਸਲਾਹਾਂ ਦੇਣ ਵਾਲੇ ਬਹੁਤ ਜ਼ਿਆਦਾ ਹੁੰਦੇ ਨੇ ਮੇਰੇ ਵਰਗੇ,
ਤੇ ਸਵੇਰੇ ਕੋਈ ਆਈਡੀਆ ਹੁੰਦਾ ਜਾ ਕੇ ਫੋਨ ਕਰ ਦਈਦਾ ਕਿ ਇਹ ਨਹੀਂ ਤੂੰ ਇਹ ਕੋਰਸ ਕਰ, ਏਦਾਂ ਦੀਆਂ ਬੜੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ। ਸੋ ਉਹ ਬੜੇ ਡਿਸਪਰੇਟ ਨੇਗੇ, ਉਹਨਾਂ ਨੂੰ ਸਮਝ ਨਹੀਂ ਆ ਰਹੀ, ਡਿਸਪੁਆਇੰਟਡ ਨੇ ਸੇ, ਤੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਕਰੀਏ ਤਾਂ ਕੀ ਕਰੀਏ, ਔਰ ਕੀ ਇਹੋ ਜਿਹਾ ਹੋ ਸਕਦਾ, ਕਿੱਥੇ ਅਸੀਂ ਲੈਗ ਕਰ ਰਹੇ ਹਾਂ। ਕੀ ਉਹ ਬਹੁਤ ਘੱਟ ਪਰਸੈਂਟੇਜ ਨੇਗੇ, ਉਹਨਾਂ ਦੀ ਪਰਸੈਂਟੇਜ ਕਿੰਨੀ ਕੁ, ਜਿੱਦਾਂ ਹੁਣ ਮੇਰੀ ਅੱਜ ਇਸ ਤੋਂ ਪਹਿਲਾਂ ਗੱਲ ਹੋ ਰਹੀ ਸੀ ਕਿਸੇ ਸਬਜੈਕਟ ਤੇ ਕਿਸੇ ਨਾਲ, ਕਿ ਉਹਨਾਂ ਦੀ ਪਰਸੈਂਟੇਜ ਟੋਟਲ ਇੰਨੀ ਜ਼ਿਆਦਾ ਨਹੀਂ ਹੈ। ਅਸੀਂ ਸੰਭਾਲ ਸਕਦੇ ਹਾਂ, ਤਾਂ ਸੰਭਾਲ ਲਿਆ ਕਿੱਦਾਂ ਜਾਵੇ, ਕਿ ਗਵਰਨਮੈਂਟ ਵੱਲ ਨੂੰ ਜਾਇਆ ਜਾਵੇ ਜਾਂ ਅਸੀਂ ਖੁਦ ਆਪਣੀ ਪਾਕਟ ਦੇ ਵਿੱਚ ਸੰਭਾਲੀਏ, ਜਿੱਥੇ ਸਾਡੀ ਪਾਕਟ ਦੇ ਵਿੱਚ ਵੀ ਤਾਂ ਪੈਸੇ ਘਟ ਗਏ ਨੇ ਨਾ ਹੁਣੇ, ਤੇ ਖਰਚੇ ਸਾਰਿਆਂ ਨੇ ਉਸ ਹਿਸਾਬ ਨਾਲ ਕੀਤੇ ਹੋਏ ਨੇ। ਕਿੱਦਾਂ ਲੱਗਦਾ ਤੁਹਾਨੂੰ, ਕਿੱਦਾਂ ਲੱਗਦਾ ਤੁਸੀਂ ਦੋਨੇ, ਚ ਮੈਨੂੰ ਆਪਣੇ ਆਪਣੇ ਵਿਊ ਦੇਣੇ ਚਾਹੋ ਇਸ ਗੱਲ ਤੇ। ਮੈਨੂੰ ਲੱਗਦਾ ਹੈ ਕਿ ਠੀਕ ਹੈ, ਅਗਰ ਆਪਾਂ ਸਰਕਾਰੀ ਹੈਲਪ ਮੰਗਦੇ ਹਾਂ ਉਹਨਾਂ ਲੋਕਾਂ ਲਈ, ਤਾਂ ਮੈਨੂੰ ਲੱਗਦਾ ਉਸ ਚੀਜ਼ ਨੂੰ ਕਾਫੀ ਸਮਾਂ ਲੱਗ ਜਾਏਗਾ, ਕਿਉਂਕਿ ਜਿਹੜਾ ਟਾਈਮ ਫਰੇਮ ਹੈਗਾ ਸਰਕਾਰੀ ਕੰਮਾਂ ਦੇ ਬਹੁਤ ਜ਼ਿਆਦਾ ਹੋ ਜਾਂਦੇ ਨੇ, ਅਤੇ ਡਿਊਰਿੰਗ, ਕਿਉਂਕਿ ਆਲਰੇਡੀ ਇਸ ਚੀਜ਼ ਨੂੰ ਬਹੁਤ ਸਮਾਂ ਹੋ ਚੁੱਕਾ ਹੈ, ਅਤੇ ਇਹ ਜਿਹੜੇ ਟੈਂਪਰੇਰੀ ਰੈਜ਼ੀਡੈਂਸ ਹੋਲਡਰ ਨੇ, ਅਤੇ ਉਹਨਾਂ ਲਈ ਇਹ ਹੈ ਕਿ ਸਭ ਤੋਂ ਪਹਿਲੇ ਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ, ਜੋ ਲੋਕ ਜਿੰਨੀ ਕੁ ਹੈਲਪ ਕਰ ਸਕਦੇ ਨੇ ਉਨੀ ਕੁ ਕਰਨ। ਬਾਕੀ ਇਹ ਹੈ ਕਿ ਨਾਲ ਨਾਲ ਜਿਹੜਾ ਸਰਕਾਰ ਤੋਂ ਜਿਹੜੀ ਉਹਨਾਂ ਦੇ ਅੱਗੇ, ਸਰਕਾਰ ਅੱਗੇ ਉਹਨਾਂ ਦੀ ਜਿਹੜੀ ਪਟੀਸ਼ਨ ਰੱਖਣੀ ਚਾਹੀਦੀ ਹੈ, ਜਿਸ ਤਰ੍ਹਾਂ ਆਪਾਂ ਸਟੂਡੈਂਟਸ ਲਈ ਕਰ ਰਹੇ ਹਾਂ, ਇਸੇ ਤਰ੍ਹਾਂ ਉਹਨਾਂ ਲਈ ਵੀ ਕਰਨੀ ਚਾਹੀਦੀ, ਚਾਹੇ ਜਿਹੜੀ ਉਹਨਾਂ ਦੀ ਰੇਸ਼ੋ ਘੱਟ ਹੈਗੀ ਹੈ, ਆਈ ਨੋ ਕਿ, ਬਟ ਫਿਰ ਵੀ ਜਿੰਨੀ ਵੀ ਰੇਸ਼ੋ ਹੈਗੀ, ਉਹ ਜਿਹੜਾ ਤਬਕਾ ਹੈ ਉਹ ਸਫਰ ਤਾਂ ਜ਼ਰੂਰ ਕਰ ਰਿਹਾ ਇਸ ਕੰਟਰੀ ਦੇ ਵਿੱਚ। ਤੁਹਾਡਾ ਕੀ ਕਹਿਣਾ ਖੌੜ ਸਾਹਿਬ? ਮੇਰੇ ਖਿਆਲ 'ਚ ਵੀ ਉਹਨਾਂ ਦੀ ਹਰ ਪੱਖ ਤੋਂ, ਜਿੱਥੇ ਵੀ ਉਹ ਸਪੋਰਟ ਮੰਗਦੇ ਆ ਜਾਂ ਉਹਨਾਂ ਨੇ ਪਟੀਸ਼ਨ ਸਾਈਨ ਕਰਨ ਵਾਸਤੇ ਦਿੱਤੀ ਆ, ਤੇ NRI ਭਾਈਚਾਰੇ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਵਾ। ਉਹਨਾਂ ਦਾ ਗੌਰਮੈਂਟ ਵੱਲੋਂ ਉਹਨਾਂ ਨੂੰ ਹੈਲਪ ਮਿਲਣੀ ਨਾ ਮਿਲਣੀ ਉਹ ਬਾਅਦ ਦੀ ਗੱਲ ਆ, ਪਰ ਉਹਨਾਂ ਦੀ ਸਪੋਰਟ ਕਰਨੀ ਬਣਦੀ ਆ। ਅਤੇ ਜੇ ਕੋਈ NRI ਦੇ ਕਲੋਜ਼ ਕੋਈ ਸਟੂਡੈਂਟ ਹੈ ਜਾਂ ਇੱਦਾਂ ਦਾ ਕੋਈ ਹੈਗਾ ਵਾ, ਜੇ ਉਹਨੂੰ ਲੋੜ ਹੈ ਹੈਲਪ ਦੀ, ਅਤੇ ਉਹਦੀ ਹੈਲਪ ਬਾਂਹ ਫੜਨੀ ਚਾਹੀਦੀ ਹੈ। ਜੀ ਬਿਲਕੁਲ, ਬਾਂਹ ਜ਼ਰੂਰ ਫੜਨੀ ਚਾਹੀਦੀ ਹੈ। ਜਿਸ ਕੋਈ ਤਰ੍ਹਾਂ ਅਜਿਹੀ ਸੰਸਥਾ ਹੋਣੀ ਚਾਹੀਦੀ ਹੈ ਜਿਹੜੀ ਗੌਰਮੈਂਟ ਨਾਲ ਵੀ ਰਜਿਸਟਰਡ ਹੋਵੇ, ਅਤੇ ਜਿਹੜੇ ਵੀਜ਼ਾ ਧਾਰਕ ਹੈ ਉਹਨਾਂ ਦੀ ਵੀ ਨਾਲ ਵੀ ਰਜਿਸਟਰਡ ਹੋਏ, ਜਿਹੜੀ ਫੰਡ ਇਕੱਠਾ ਕਰੇ ਅਤੇ ਸਾਰਿਆਂ ਨੂੰ ਬਰਾਬਰ ਇਕੁਅਲਤਾ ਨਾਲ ਵੰਡੇ। ਅਤੇ ਕਾਫੀ ਸੰਸਥਾਵਾਂ ਅੱਗੇ ਸਾਹਮਣੇ ਆਈਆਂ ਵੀ ਨੇ, ਪਰ ਕੋਈ ਰਜਿਸਟਰਡ ਸੰਸਥਾ ਇਹੋ ਜਿਹੀ ਹੋਣੀ ਚਾਹੀਦੀ ਜਿਹੜੀ ਉਹਨਾਂ ਲਈ ਫੰਡ ਵੀ ਇਕੱਠਾ ਕਰ ਸਕੇ। ਮੈਨੂੰ ਇਹ ਲੱਗਦਾ ਕਿ ਥੋੜਾ ਮਜ਼ਾਕ ਦੇ ਵਿੱਚ ਵੀ ਜਾਂਦੀ ਹੈ ਗੱਲ, ਕਿ ਇੰਡੀਆ ਦੇ ਵਿੱਚ ਜਿੱਦਾਂ ਇੰਡੀਆ ਦੀ ਗਵਰਨਮੈਂਟ ਆ, ਸਰਦਾਰ ਤਾਂ ਨਹੀਂ ਕਹੂੰਗਾ, ਨਰਿੰਦਰ ਸਿੰਘ ਮੋਦੀ ਜੀ, ਉਹਨਾਂ ਨੇ ਜਿਹੜਾ ਉੱਥੇ ਇੰਡੀਆ ਦੇ ਵਿੱਚ ਇੱਕ ਕਨਸੈਪਟ ਪਹਿਲਾਂ ਵੀ, ਜਦੋਂ ਇੱਕ ਦੋ ਵਾਰੀ ਫਸਟ ਵਰਲਡ ਵਾਰ ਔਰ ਸੈਕੰਡ ਵਰਲਡ ਵਾਰ ਹੋਈ ਸੀ, ਜਾਂ ਕੁਛ ਏਦਾਂ ਦੇ ਹਾਲਾਤ ਬਣਦੇ ਨੇ, ਤਾਂ ਅਸੀਂ ਫੰਡ ਇਕੱਠਾ ਕਰਦੇ ਹਾਂ, ਲੋਕਾਂ ਤੋਂ ਪੈਸੇ ਲਏ ਜਾਂਦੇ ਨੇ, ਉਹਨਾਂ ਨੇ ਵੀ ਕੁਛ ਏਦਾਂ ਦੀ ਗੱਲ ਪਿੱਛੇ ਨਿਊਜ਼ ਦੇ ਵਿੱਚ ਆਈ ਸੀਗੀ। ਤਾਂ ਮੈਨੂੰ ਇਹ ਲੱਗਦਾ ਕਿ ਹਾਂ, ਜਿਹੜੇ NRIs ਨੇ ਉਹ ਬਹੁਤ ਜ਼ਿਆਦਾ ਹੈਲਪ ਕਰਦੇ ਰਹੇ ਨੇ ਪੰਜਾਬ ਨੂੰ ਵੀ, ਪੂਰੇ ਇੰਡੀਆ ਨੂੰ ਵੀ। ਹੁਣ ਘੱਟੋ ਘੱਟ ਉੱਥੋਂ ਏਦਾਂ ਦਾ ਬਿਆਨ ਤਾਂ ਦਾਗਿਆ ਜਾ ਸਕਦਾ ਨਾ, ਕਿ ਤੁਸੀਂ ਜਿੰਨੇ ਵੀ NRI ਹੋ, ਜਾਂ ਜਿੰਨੇ ਵੀ ਤੁਸੀਂ ਕਿਸੇ ਦੇ ਵੀ ਭਗਤ ਹੋਗੇ, ਤੁਸੀਂ ਭਗਤਾਂ ਦਾ ਬਣਦਾ ਹੈਗਾ ਕਿ ਭਗਤੀ ਤਾਂ ਹੀ ਮਨਜ਼ੂਰ ਹੋਊਗੀ ਕਿ ਜੇ ਤੁਸੀਂ ਇੰਨੇ ਕੁ ਜਿਹੜਾ ਆਪਣੇ ਪਰਸੈਂਟ ਜਾਂ ਦਸਵੰਧ ਆ ਤੁਸੀਂ ਕੱਢ ਕੇ ਤੁਸੀਂ ਇਹਨਾਂ ਲੋਕਾਂ ਨੂੰ ਦਿਓਗੇ। ਕੀ ਕਹਿੰਦੇ ਅੰਚਲ ਜੀ, ਹੱਸ ਰਹੇ ਹੋ, ਮੇਰੇ ਖਿਆਲ 'ਚ ਮੈਂ ਸਮਝਿਆ। ਨਹੀਂ, ਤੁਹਾਡੀ ਗੱਲ ਬਿਲਕੁਲ ਸਹੀ ਹੈ। ਜਿਸ ਤਰ੍ਹਾਂ ਕਿ ਇੰਡੀਆ 'ਚ ਵੀ ਹੋ ਰਿਹਾ ਹੈ ਕਿ ਜਿਹੜੇ ਸਰਕਾਰੀ ਜਿਹੜੇ ਹੈਗੇ ਨੇ ਕਾਮੇ ਹੈਗੇ ਨੇ, ਉਹਨਾਂ ਦੀਆਂ ਤਨਖਾਹਾਂ ਦੇ ਵਿੱਚੋਂ ਜਿਹੜਾ ਹੈ ਮੁੱਖ ਮੰਤਰੀ ਦੇ ਜਿਹੜੇ ਰਾਹਤ ਕੋਸ਼ ਫੰਡ ਦੇ ਵਿੱਚ ਨਾ, ਉਹ ਆਪਣਾ ਜਿਹੜਾ ਐਡ ਕਰ ਰਹੇ ਨੇ ਕੁਛ ਹਿੱਸਾ। ਜਿਹੜੇ ਪੋਲੀਟੀਸ਼ੀਅਨਸ ਵੀ ਹੈਗੇ ਨੇ ਉਹ ਵੀ ਆਪਣੀ ਤਨਖਾਹਾਂ ਦਾ ਕੁਛ ਹਿੱਸਾ ਫਿਲਮੀ ਅਦਾਕਾਰ ਵੀ ਨੇ ਜੀ ਐਡ ਕਰ, ਤੇ ਇਸੇ ਤਰ੍ਹਾਂ ਤੁਹਾਨੂੰ ਲੱਗਦਾ ਹੈ ਕਿ ਇੱਥੇ ਵੀ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ, ਆਪਣੀਆਂ ਜਿਹੜੀਆਂ ਤਨਖਾਹਾਂ ਦੇ ਵਿੱਚ ਕੁਝ ਹਿੱਸਾ, ਇੱਕ ਜਿਸ ਤਰ੍ਹਾਂ ਕਿ ਰੋਬੀ ਜੀ ਨੇ ਹੀ ਇੰਟਰੋਡਿਊਸ ਕੀਤੀ ਸੀਗੀ ਸੇਵਾ ਆਰਗੇਨਾਈਜੇਸ਼ਨ, ਅਤੇ ਉਹਦੇ ਵਿੱਚ, ਜਾਂ ਇਸੇ ਤਰ੍ਹਾਂ ਮੈਂ ਨਹੀਂ ਕਹਿੰਦੀ ਕਿ ਸਿਰਫ ਉਹਦੇ ਵਿੱਚ ਹੀ, ਜਾਂ ਕੋਈ ਮਾਨਤਾ ਪ੍ਰਾਪਤ ਕੋਈ ਵੀ ਕਿ ਹੈ ਨਾ ਆਰਗੇਨਾਈਜੇਸ਼ਨ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਹੈ, ਕੁਛ ਹਿੱਸਾ ਜਿਹੜਾ ਆਪਣੀ ਸੈਲਰੀ ਦਾ ਉਹਦੇ ਵਿੱਚ ਜਿਹੜਾ ਐਡ ਕਰਕੇ ਆਪਾਂ ਉਸ ਦੀ ਹੈਲਪ ਕਰ ਸਕਦੇ ਹਾਂ। ਬਿਲਕੁਲ, ਅੱਜ ਦੀ ਸੇਵਾ ਦੀ ਗੱਲ ਕੀਤੀ, seva.com.au ਦੀ। ਇਹ ਕਨਸੈਪਟ ਇੱਕ ਇਹੋ ਜਿਹਾ ਪਲੇਟਫਾਰਮ ਆ ਜਿਹਦੇ ਵਿੱਚ ਕਿ ਫੇਸਬੁੱਕ ਦੇ ਉੱਪਰ ਅਸੀਂ ਕੋਈ ਪੋਸਟ ਪਾਉਂਦੇ ਹਾਂ। ਮੇਰੇ ਮਨ 'ਚ ਆਇਆ ਜੀ, ਅੱਜ ਸਵੇਰੇ ਨਿਊਜ਼ ਦੇਖੇ, ਦਿਲ ਪੂਰਾ ਸੀਜ਼ ਗਿਆ, ਐਂਡ ਸੋਚਿਆ ਕਿ ਨਹੀਂ, ਉੱਠ ਵੀ ਮੁੰਡਿਆਂ ਤੇ ਸੇਵਾ ਵਾਸਤੇ ਹੋ ਜਾ, ਤੇ ਚੱਕ ਕੇ ਨਾਲ ਦੀ ਨਾਲ ਇਮੋਸ਼ਨਲ ਹੋ ਕੇ ਚਾਹੇ ਕਿਸੇ ਤੇ ਵੀ ਪੋਸਟ ਪਾ ਦਿੱਤਾ ਸੀ ਫੇਸਬੁੱਕ ਦੇ ਉੱਪਰ ਕਿ ਜੀ ਮੈਂ ਰੈਂਟ 'ਚ ਸਪੋਰਟ ਕਰੂੰਗਾ, ਜੀ ਮੈਂ ਖਾਣੇ 'ਚ ਸਪੋਰਟ ਕਰੂੰਗਾ। ਔਰ
ਕਿਸੇ ਦਾ ਇਹ ਜਿਹੜਾ ਬਹੁਤ 1-2 ਦਿਨ ਵਾਸਤੇ ਰਹਿੰਦਾ, ਕੋਈ ਕੰਟੀਨਿਊ ਉਸ ਸੇਵਾ ਨੂੰ ਕੰਟੀਨਿਊ ਰੱਖਦਾ। ਹੁਣ ਜਿਹੜੇ ਨੇ 1 ਅੱਧੇ ਦਿਨ ਵਾਸਤੇ ਉਸਨੇ ਪੋਸਟ ਪਾਇਆ, ਉਹ ਪੋਸਟ ਥੱਲੇ ਚੱਲ ਜਾਂਦਾ ਕਿਉਂਕਿ ਉੱਤੇ ਹੋਰ ਪੋਸਟ ਆਉਂਦੇ ਜਾਂਦੇ ਆ, ਹੋਰ ਪੋਸਟ ਆਉਂਦੇ ਜਾਂਦੇ ਆ। ਤਾਂ ਉਹ ਸਾਰੇ ਵਾਸਤੇ ਕਿ ਕਦੋਂ ਸਟਾਰਟ ਹੋਵੇ, ਕਦੋਂ ਐਂਡ ਹੋਵੇ, ਮੈਂ ਕਦੋਂ ਤੱਕ ਇਸ ਫੀਲਿੰਗ ਜਾਂ ਇਸ ਚੀਜ਼ ਨੂੰ ਮੈਂ ਰੱਖਣਾ ਚਾਹਣਾ ਕੰਟੀਨਿਊ, ਤਾਂ ਉਸ ਵਾਸਤੇ ਮੈਨੂੰ ਇਹ ਲੱਗਦਾ ਸੀ ਕਿ ਪਲੇਟਫਾਰਮ ਹੋਣਾ ਚਾਹੀਦਾ। ਜਿਹੜਾ ਪਲੇਟਫਾਰਮ ਅਸੀਂ ਤਿਆਰ ਕੀਤਾ, ਜਿਹੜਾ ਕਿ ਮੇਰਾ ਹੀ ਨਹੀਂ ਹੈ ਬਿਲਕੁਲ, ਇਹ seva.com.au ਇੱਕ ਇਹੋ ਜਿਹਾ ਪਲੇਟਫਾਰਮ ਆ। ਜੇ ਆਪਣੇ ਵੱਲੋਂ ਕਰਨਾ ਹੁੰਦਾ ਤਾਂ ਰਾਬਤਾ ਦੇ ਮੰਚ ਤੇ ਕਰ ਲੈਂਦੇ, ਕਿ ਜਿਹੜਾ ਪਬਲਿਕ ਦਾ ਹੀ ਹੈ, ਇਹਦੇ ਵਿੱਚ ਕਿਸੇ ਦਾ ਕੋਈ ਲੈਣ ਦੇਣ ਨਹੀਂ ਹੈ। ਇੱਕ ਮੰਚ ਹੈ ਜਿੱਥੇ ਤੁਸੀਂ ਆ ਕੇ ਇਕੱਠੇ ਹੋ ਸਕਦੇ ਹੋ। ਇੱਕ ਬੰਦਾ ਸਰਵਿਸ ਦੇਣੀ ਚਾਹ ਰਿਹਾ, ਇੱਕ ਸਰਵਿਸ ਲੈਣੀ ਚਾਹ ਰਿਹਾ। ਕੋਈ ਹਾਰਡ ਐਂਡ ਟਫ ਰੂਲ ਨਹੀਂ ਹੈ। ਸਿੰਪਲੀ ਤੁਸੀਂ ਜੁਆਇਨ ਕਰਨ ਵਾਸਤੇ ਤੁਹਾਨੂੰ ਆਪਣਾ ਫੋਨ ਨੰਬਰ ਐਡ ਕਰਨਾ ਪੈਣਾ। ਪਹਿਲਾਂ ਥੋੜਾ ਹਾਰਡ ਸੀਗਾ, ਈਮੇਲ ਹੁੰਦੀ ਸੀਗੀ, ਅਪਰੂਵਲ ਹੁੰਦਾ ਸੀਗਾ ਪਹਿਲਾਂ। ਹੁਣ ਸਿੰਪਲੀ ਆ ਕੇ ਤੁਸੀਂ ਆਪਣਾ ਫੋਨ ਨੰਬਰ ਪਾਓ ਔਰ ਤੁਹਾਨੂੰ ਇੱਕ SMS ਆਊਗਾ, ਇੱਕ ਕੋਡ ਆਊਗਾ, ਕੋਡ ਐਂਟਰ ਕਰੋ। ਉਸ ਤੋਂ ਬਾਅਦ ਤੁਸੀਂ ਆਪਣੀ ਸਰਵਿਸ ਐਡ ਕਰੋ, ਜੋ ਵੀ ਸਰਵਿਸ, ਕਿੰਨੇ ਟਾਈਮ ਤੋਂ ਕਿੰਨੇ ਟਾਈਮ ਤੱਕ ਤੁਸੀਂ ਡਿਲੀਵਰ ਕਰਨਾ ਚਾਹੁੰਦੇ ਹੋ, ਕਦੋਂ ਸਟਾਰਟ ਕਰਨਾ ਚਾਹੁੰਦੇ ਹੋ, ਕਦੋਂ ਖਤਮ ਕਰਨਾ ਚਾਹੁੰਦੇ ਹੋ, ਤੁਸੀਂ ਜਾ ਕੇ ਆਪਣੀ ਸਰਵਿਸ ਡਿਲੀਟ ਕਰ ਸਕਦੇ ਹੋ। ਇਸੇ ਤਰ੍ਹਾਂ ਜਦੋਂ ਸਰਵਿਸ ਦੇਣ ਵਾਲੇ ਉਸ ਜਗ੍ਹਾ ਤੇ ਆਉਣਗੇ ਤਾਂ ਸਰਵਿਸ ਲੈਣ ਵਾਲੇ ਵੀ। ਜਦੋਂ ਫੇਸਬੁੱਕ ਤੇ ਤੁਸੀਂ ਜਾ ਕੇ ਮੈਸੇਜ ਅਪਡੇਟ ਕਰਦੇ ਹੋ, ਕਿਸੇ ਪੇਜ ਦੇ ਉੱਪਰ ਜਾਂਦੇ ਹੋ, ਤਾਂ ਉਸ ਪੇਜ ਦੇ ਮੈਂਬਰ ਵੱਲੋਂ ਅਪਡੇਟ ਕੀਤਾ ਹੁੰਦਾ, ਥੱਲੇ ਕਮੈਂਟਸ ਦੇ ਵਿੱਚ ਗੱਲਬਾਤ ਚੱਲ ਰਹੀ ਹੁੰਦੀ ਆ। ਮੇਰੇ ਖਿਆਲ ਦੇ ਵਿੱਚ ਬਹੁਤ ਸਾਰੇ ਲੋਕ ਏਦਾਂ ਦੇ ਵੀ ਨੇ ਜਿਹੜੇ ਚਾਹੁੰਦੇ ਨਹੀਂ ਹੈ ਕਿ ਉਹਨਾਂ ਨੂੰ ਪਬਲਿਕਲੀ ਉਹਨਾਂ ਦਾ ਫੇਸ ਬਾਹਰ ਆਵੇ, ਕਿ ਕਿਹਨੂੰ ਸਰਵਿਸ ਚਾਹੀਦੀ ਹੈ। ਕਿਉਂਕਿ ਸਾਡਾ ਸਪੈਸ਼ਲੀ ਜਿਹੜਾ ਪੰਜਾਬੀ ਆ, ਉਹ ਏਦਾਂ ਹੱਥ ਰੱਖਣ 'ਚ ਜ਼ਿਆਦਾ ਵਿਸ਼ਵਾਸ ਰੱਖਦਾ, ਏਦਾਂ ਹੱਥ ਕਰਨ ਨਾਲੋਂ। ਇਹ ਕੁਦਰਤੀ ਹੈ, ਸਾਡੇ ਖੂਨ ਦੇ ਵਿੱਚ ਆ। ਤਾਂ ਬਹੁਤ ਸਾਰੇ ਲੋਕ ਇਸ ਕਰਕੇ ਉਹ ਭੁੱਖਾ ਰਹਿਣਾ ਪਸੰਦ ਕਰ ਰਹੇ ਨੇਗੇ ਔਰ ਕੋਸ਼ਿਸ਼ ਕਰਦੇ ਨੇ ਕਿ ਉਹ ਕਿਤੇ ਨਾ ਹੀ ਹੋਣ। ਮੇਰੀ ਕੁਛ ਪਰਸਨਲੀ ਕਿਸੇ ਸਟੂਡੈਂਟਸ ਦੇ ਨਾਲ ਗੱਲ ਹੋਈ ਹੈ ਇਸ ਸਬਜੈਕਟ ਦੇ ਉੱਪਰ। ਉਹਨਾਂ ਨੂੰ ਮੈਂ ਕਿਹਾ ਕਿ ਹਾਂ ਤੁਸੀਂ ਮੇਰੇ ਨਾਲ ਆ ਕੇ ਗੱਲ ਕਰੋ, ਅਸੀਂ ਇਸ ਤਰ੍ਹਾਂ ਕਰਦੇ ਹਾਂ। ਉਹ ਕਹਿੰਦੇ ਨਹੀਂ, ਅਸੀਂ ਨਹੀਂ, ਪਬਲਿਕਲੀ ਨਹੀਂ ਅਸੀਂ ਹੋ ਸਕਦੇ, ਸਾਡੇ ਮਾਂ ਪਿਓ ਨੂੰ ਮਰਨਾ ਹੋ ਜਾਊਗਾ ਜੇ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਸਾਡਾ ਬੱਚਾ ਫ੍ਰੀ ਦੇ ਵਿੱਚ ਮਦਦ ਲੈ ਰਿਹਾ। ਸੋ ਪਿਛਲੇ ਪ੍ਰੋਗਰਾਮ ਦੇ ਵਿੱਚ, ਜੇ ਤੁਹਾਡਾ ਯਾਦ ਹੋਵੇ, ਅੰਚਲ ਜੀ ਤੋਂ ਦੇਵ ਜੀ ਹੋਰਾਂ ਨੇ ਸਾਨੂੰ ਸਲਾਹ ਦਿੱਤੀ ਸੀਗੀ ਕਿ ਏਦਾਂ ਵੀ ਕੀਤਾ ਜਾ ਸਕਦਾ, ਉਹਨੂੰ ਛੋਟਾ ਮੋਟਾ ਕੰਮ ਲੈਤਾ ਜਾ ਸਕਦਾ, ਪਾਰਕ ਹੀ ਕਲੀਨ ਕਰਵਾ ਦਿਓ ਕੋਈ ਆਂਢ ਗੁਆਂਢ ਦਾ, ਤਾਂ ਜੋ ਉਹਨਾਂ ਨੂੰ ਫੀਲ ਨਾ ਹੋਵੇ ਕਿ ਫ੍ਰੀ ਦੇ ਵਿੱਚ ਹੈ। ਤੇ ਪਰ ਮਦਦ ਜ਼ਰੂਰ ਕਰੋ ਕਿਸੇ ਵੀ ਕੰਮ ਵਾਸਤੇ। ਤਾਂ ਉਹਨਾਂ ਨੂੰ ਪੈਸਾ ਜ਼ਰੂਰ ਚਾਹੀਦਾ, ਪਰ ਉਹ ਫ੍ਰੀ ਦੇ ਵਿੱਚ ਨਹੀਂ ਲੈਣਾ ਚਾਹੁੰਦੇ। ਸਾਨੂੰ ਇਹ ਜਿਹੜੀ ਸੈਲਫ ਰਿਸਪੈਕਟ ਆ, ਇਸਨੂੰ ਚੋਟ ਪਹੁੰਚਾਉਣ ਦੀ ਜਗ੍ਹਾ ਜੋ ਅਣਜਾਣੇ 'ਚ ਹੀ ਹੋ ਰਹੀ ਹੈ, ਕਿਤੇ ਨਾ ਕਿਤੇ, ਜਾਣ ਕੇ ਕੋਈ ਨਹੀਂ ਕਰ ਰਿਹਾ। ਕੁਛ ਏਦਾਂ ਦੇ ਵੀ ਹੈਗੇ ਨੇ ਜਿਹੜੇ ਮੈਂ ਦੇਖੇ ਨੇਗੇ ਕਿ ਫੇਸਬੁੱਕ ਤੇ ਉਹਨਾਂ ਨੂੰ ਕਮੈਂਟ ਵੀ ਕੀਤੇ ਜਾ ਰਹੇ ਨੇ, ਭਾਈ ਤੁਸੀਂ ਫੋਟੋ ਖਿੱਚ ਕੇ ਨਾ ਪਾਓ। ਉਹਦੀ ਜਸਟੀਫਿਕੇਸ਼ਨ ਦੇਣ ਲੱਗੇ ਹੋਏ ਨੇ ਕਿ ਨਹੀਂ ਅਸੀਂ ਖਿੱਚ ਕੇ ਪਾਵਾਂਗੇ, ਇਹਦੇ ਨਾਲ ਆਹ ਚੀਜ਼ ਹੋ ਰਹੀ ਹੈ। ਸੋ ਮੀਨਸ ਦੇ ਆਰ ਪ੍ਰੈਜ਼ੈਂਟਿੰਗ। ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਵੀ ਆਰ ਨਾਟ, ਓਪਨਲੀ ਕਿਹਾ ਜਾ ਰਿਹਾ ਕਿ ਅਸੀਂ ਵੀ ਡੋਂਟ ਲਾਈਕ ਇਟ, ਕਿ ਲੋਕ ਵੀ ਨਹੀਂ, ਪਰ ਉਹ ਫਿਰ ਵੀ ਆਪਣਾ ਉਸ ਦੇ ਵਿੱਚ ਲੱਗੇ ਹੋਏ ਨੇ। ਹਰ ਇੱਕ ਦਾ ਆਪਣਾ ਆਪਣਾ, ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਪਰ ਫਿਰ ਵੀ ਜਿਹੜਾ ਪੱਖ ਹੈ ਕਿ ਜ਼ਿਆਦਾ ਜਦੋਂ ਤੁਸੀਂ ਸਪੋਰਟ ਕਰਨੀ ਚਾਹੁੰਦੇ ਹੋ ਔਰ ਵਾਕਈ ਜੈਨੂਅਨ ਸਪੋਰਟ ਕਰਨਾ ਚਾਹੁੰਦੇ ਹੋ, ਮੈਨੂੰ ਨਹੀਂ ਲੱਗਦਾ ਅੱਜ ਦੀ ਡੇਟ ਦੇ ਵਿੱਚ ਪੋਲੀਟਿਕਸ ਜਾਂ ਰਾਜਨੀਤੀ ਦੀ ਗੱਲ ਹੋਣੀ ਚਾਹੀਦੀ ਹੈ। ਮੈਨੂੰ ਨਹੀਂ ਲੱਗਦਾ ਕਿ ਸਾਨੂੰ ਉਸ ਤਰੀਕੇ ਦਾ ਕਰਨਾ ਚਾਹੀਦਾ, ਕਿਉਂਕਿ ਇਹ ਵਾਇਰਸ ਕਿਸੇ ਨੂੰ ਬਖਸ਼ਣ ਵਾਲਾ ਹੈ ਨਹੀਂ ਹੈ। ਜੇ ਕੋਈ ਬੰਦਾ ਇਹ ਤੋਂ ਥੋੜਾ ਜਿਹਾ ਤਿਲਕੂਗਾ, ਇਹ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਾਡੀ ਜ਼ਿੰਦਗੀ ਆ ਉਹ ਵਾਕਈ ਬਦਲ ਜਾਣੀ ਆ ਔਰ ਇਹਨੂੰ ਤਾਹਾਂ ਤਲਵਾਰ ਦੀ ਤਰ੍ਹਾਂ ਲਟਕਦੇ ਹੀ ਰਹਿਣਾ। ਜੇ ਤੁਸੀਂ ਇੱਧਰ ਉੱਧਰ ਹੋਵੋਗੇ ਤਾਂ ਨਾਲ ਦੀ ਨਾਲ ਦਬੋਚ ਲੈਣਾ। ਕੁਦਰਤ ਹੀ ਇੱਕ ਇਹੋ ਜਿਹੇ ਰੂਪ ਦੇ ਵਿੱਚ ਆਈ ਹੈ ਜਿਸ ਨੂੰ ਅਸੀਂ ਪਕੜ ਨਹੀਂ ਸਕਦੇ, ਖੁੱਲੀ ਅੱਖ ਦੇ ਨਾਲ ਨਹੀਂ ਪਕੜ ਸਕਦੇ, ਔਰ ਜਿਹੜਾ ਸਾਡੇ ਵਿੱਚ ਰਹਿ ਕੇ ਸਾਨੂੰ ਹੀ ਡਰਾਈਵ ਕਰੂਗਾ। ਕਹਿੰਦੇ ਨਹੀਂ ਹੁੰਦਾ ਕਿ ਭਾਰਤ ਦੀ ਜੰਗ ਦੇ ਵਿੱਚ ਕ੍ਰਿਸ਼ਨ ਸਾਰਥੀ ਬਣ ਕੇ ਆਇਆ ਸੀਗਾ, ਇਹ ਹੁਣ ਇੱਕ ਕਾਈਂਡ ਆਫ ਸਾਰਥੀ ਬਣ ਕੇ ਬੈਠ ਗਿਆ ਸਾਡੇ ਅੰਦਰ। ਜੇ ਅਸੀਂ ਇੱਧਰ ਉੱਧਰ ਨੂੰ ਜਾਵਾਂਗੇ ਤਾਂ ਇਹਨੇ ਦਬੋਚ ਲੈਣਾ। ਸੋ ਇਹ ਇੱਕ ਚੀਜ਼ ਸਾਨੂੰ ਧਿਆਨ 'ਚ ਰੱਖ ਲੈਣੀ ਚਾਹੀਦੀ ਹੈ ਜੀ। ਸੋ ਕੀ ਕਹੋਗੇ ਤੁਸੀਂ ਜੀ? ਮੈਂ ਕਾਫੀ ਬੋਲਿਆ, ਹੁਣ ਤੁਸੀਂ ਬੋਲੋ ਥੋੜਾ ਜਿਹਾ। ਤੁਸੀਂ ਜੀ ਠੀਕ ਕਹਿ ਰਹੇ ਜੋ ਵੀ ਜੋ ਵੀ ਲੋਕ ਜਿਹੜੇ ਆ ਮਦਦ ਲੈਣਾ ਚਾਹੁੰਦੇ ਆ, ਪਰ ਉਹ ਆਪਣੀ ਜਿਹੜੀ ਫੋਟੋ ਨਸ਼ਰ ਨਹੀਂ ਹੋਣ ਦੇਣਾ ਚਾਹੁੰਦੇ, ਕਿਉਂਕਿ ਇੱਕ ਸਮਾਜਿਕ ਤੌਰ ਦੇ ਉੱਤੇ ਸਾਡੇ ਪੰਜਾਬੀ ਭਾਈਚਾਰੇ 'ਚ ਖਾਸ ਕਰਕੇ ਜਿਹੜਾ ਇੱਕ ਰੁਤਬਾ ਹੁੰਦਾ ਵਾ, ਉਹ ਜੇ ਕੋਈ ਇਹੋ ਜਿਹੀ ਰਾਹਤ ਲੈਂਦਿਆਂ ਦੀ ਕੋਈ ਫੋਟੋ ਨਸ਼ਰ ਹੁੰਦੀ ਆ ਤੇ ਉਹਦੇ ਜਿਹੜੇ ਬੈਕਗਰਾਊਂਡ ਪੇਰੈਂਟਸ ਆ ਜਾਂ ਉਹਨਾਂ ਦਾ ਰਿਸ਼ਤੇਦਾਰ, ਰਿਲੇਟਿਵ, ਫਰੈਂਡ, ਉਹਨਾਂ ਨੂੰ ਮਿਹਣੋ ਮਿਹਣੀ ਕਰ ਦਿੰਦੇ ਆ, ਲੈ ਜੀ ਤੁਹਾਡੇ ਤੋਂ ਉੱਥੇ ਮੰਗ ਕੇ ਖਾ ਰਹੇ ਆ, ਉਹ ਆ ਜੇ ਆ, ਹੈ ਨਾ। ਅਤੇ ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਜੇ ਕਿਸੇ ਨੂੰ ਦਾਨ ਕਰਨਾ ਤਾਂ ਉਹ ਦਾਨ ਜਿਹੜਾ ਵਾ ਉਹ ਪਰਮਾਤਮਾ ਜਾਣਦਾ ਕਿ ਉਹ ਕਿਸ ਤਰ੍ਹਾਂ ਜਿਹੜਾ ਵਾ ਉਹ ਪ੍ਰੋਵਾਈਡ ਕੀਤਾ ਗਿਆ ਵਾ। ਅਤੇ ਫੋਟੋ ਨਸ਼ਰ ਕਰਨ ਨਾਲ ਕੋਈ ਜ਼ਿਆਦਾ ਜਿਹੜਾ ਵਾ ਉਹ ਮਾਣ ਸਨਮਾਨ ਨਹੀਂ ਮਿਲਦਾ ਦਾਨ ਕਰਨ ਵਾਲੇ ਨੂੰ ਜਾਂ ਰਾਹਤ ਦੇਣ ਵਾਲੇ ਨੂੰ। ਮੈਨੂੰ ਲੱਗਦਾ ਵੀ ਫੋਟੋ ਨਹੀਂ ਨਸ਼ਰ ਹੋਣੀ ਚਾਹੀਦੀ, ਅਤੇ ਜੇ ਕੋਈ ਮਦਦ ਕਰਦਾ ਤਾਂ ਉਹਦੀ ਜਿਹੜੀ ਆ ਕੁਆਇਟਲੀ ਮਦਦ ਕਰ ਦੇਣੀ ਚਾਹੀਦੀ ਹੈ।
ਬਿਲਕੁਲ ਜੀ ਦੋਸਤੋ, ਅਸੀਂ ਇਜਾਜ਼ਤ ਲਵਾਂਗੇ। ਇਹ ਜਿਹੜਾ ਪ੍ਰੋਗਰਾਮ ਸੀਗਾ ਇਹ ਕਾਈਂਡ ਆਫ ਟ੍ਰਾਇਲ ਟਾਈਪ ਹੀ ਸੀਗਾ ਮੇਰੇ ਖਿਆਲ ਦੇ ਵਿੱਚ। ਆਉਣ ਵਾਲੇ ਕੁਝ 2-3 ਮੁੱਦੇ ਨੇ ਜਿਨ੍ਹਾਂ ਦੇ ਵਿੱਚ ਅਸੀਂ ਗੱਲ ਕਰਨੀ ਚਾਹੁੰਦੇ ਹਾਂ, ਜਿਸ ਦੇ ਵਿੱਚੋਂ ਅਸੀਂ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਹੋ ਸਕਦਾ ਅੱਜ ਹੀ ਅਸੀਂ ਗੱਲਬਾਤ ਕਰੀਏ, ਜਿਹਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਸਾਰੂ ਰਾਣਾ ਹੋਰਾਂ ਨਾਲ ਤੇ ਦੀਪਕ ਹੋਰਾਂ ਨਾਲ। ਤੇ ਉਹਨਾਂ ਨੇ ਪਟੀਸ਼ਨ ਜਿਹੜੀ ਸਟੂਡੈਂਟ ਤੇ ਟੈਂਪਰੇਰੀ ਰੈਜ਼ੀਡੈਂਸ ਵਾਸਤੇ ਜਿਹੜੀ ਓਪਨ ਕੀਤੀ ਹੈ ਉਸ ਦੇ ਬਾਰੇ ਚ ਗੱਲਬਾਤ ਕਰਾਂਗੇ। ਤਰਮਾਨ ਗਿੱਲ ਹੋਰਾਂ ਨਾਲ ਅਸੀਂ ਗੱਲਬਾਤ ਕਰਾਂਗੇ ਇੱਕ ਪ੍ਰੋਗਰਾਮ ਦੇ ਵਿੱਚ, ਜਿੱਥੇ ਅਸੀਂ ਉਹਨਾਂ ਨੂੰ ਪੁੱਛਾਂਗੇ ਕਿ ਹਾਂ ਟੈਕਸੀ ਇੰਡਸਟਰੀ ਦੇ ਵਿੱਚ ਜੋ ਹੋ ਰਿਹਾ, ਔਰ ਉਹ ਕਿਉਂਕਿ ਉਹ ਲੀਡਿੰਗ ਰੋਲ ਦੇ ਵਿੱਚ ਨੇ ਕਿਸੇ ਪਾਸੇ। ਇਸੇ ਤਰ੍ਹਾਂ ਹੀ ਗੁਰਪ੍ਰੀਤ ਸਿੰਘ ਹੋਰਾਂ ਨੇ ਜਿਹੜੀ ਇੱਕ ਹੋਰ ਐਪਲੀਕੇਸ਼ਨ ਜਿਹੜੀ ਪਾਈ ਆ ਟੈਕਸੀ ਇੰਡਸਟਰੀ ਦੇ ਬਾਰੇ ਚ, ਡਰਾਈਵਰਾਂ ਦੇ ਬਾਰੇ ਚ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਕੁਝ ਸਾਡੇ ਸ਼ਹਿਰ ਦੇ ਇਹੋ ਜਿਹੇ ਮੁੱਦੇ ਨੇ ਕਿ ਜਿਨ੍ਹਾਂ ਦੇ ਬਾਰੇ ਹੋ ਸਕਦਾ ਤੁਸੀਂ ਵਾਕਫ ਨਾ ਹੋ, ਪਰ ਸਹਿਜੇ ਸਹਿਜੇ ਕਹਿੰਦੇ ਨੇ ਕਿ ਥੱਲੇ ਥੱਲੇ ਉਹਨਾਂ ਦੇ ਕੁਝ ਧੁਖ ਰਿਹਾ। ਸੋ ਅਸੀਂ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਸ ਦੀ ਜਾਣਕਾਰੀ ਹੋਰ ਤੁਹਾਡੇ ਤੱਕ ਕਲੀਅਰ ਪਿਕਚਰ ਲੈ ਕੇ ਆ ਸਕੀਏ, ਤਾਂ ਜੋ ਗੱਲ ਇੱਧਰੋਂ ਉੱਧਰੋਂ ਆਵਾਜ਼ ਆ ਕੇ ਉਸ ਦੀ ਜਿਹੜੀ ਤਸਵੀਰ ਆ ਕਈ ਵਾਰੀ ਹੋਰ ਬਣ ਜਾਂਦੀ ਹੈ। ਸੋ ਸਾਰਿਆਂ ਨਾਲ ਸਾਡੀ ਗੱਲਬਾਤ ਹੋ ਚੁੱਕੀ ਹੈ ਇੱਕ ਵਾਰੀ, ਔਰ ਅਸੀਂ ਉਹਨਾਂ ਨੂੰ ਆਨਲਾਈਨ ਲੈ ਕੇ ਆਵਾਂਗੇ। ਹੋ ਸਕਦਾ ਗੁਹਾਰ ਸਾਹਿਬ ਵੀ ਮੈਨੂੰ ਜੁਆਇਨ ਕਰਨ, ਪਰ ਸਾਡਾ ਮਕਸਦ ਇਹ ਹੈ ਕਿ ਅਸਲ ਦੇ ਵਿੱਚ ਕਲੀਅਰ ਪਿਕਚਰ ਕੀ ਹੈਗੀ ਉਹ ਸਾਡਾ ਫਰਜ਼ ਬਣਦਾ ਇੱਥੇ ਲੈ ਕੇ ਆਉਣ ਦਾ, ਔਰ ਤਾਂ ਜੋ ਤੁਸੀਂ ਇੱਕੇ ਮੰਚ ਦੇ ਉੱਪਰ ਇੱਕੇ ਮਸਲੇ ਦੇ ਬਾਰੇ ਚ ਤੁਸੀਂ ਆਪਣੇ ਵਿਚਾਰ ਵੀ ਦੇ ਸਕੋ ਔਰ ਉਹਨਾਂ ਤੋਂ ਸਵਾਲ ਵੀ ਪੁੱਛ ਸਕੋ। ਇਸੇ ਵੀਡੀਓ ਥੱਲੇ ਤੁਸੀਂ ਕੋਈ ਕਮੈਂਟ ਵੀ ਕਰ ਸਕਦੇ ਹੋਗੇ ਜਿਸ ਇਸ 3-4 ਜਿਹੜੇ ਮੁੱਦੇ ਨੇ ਜਿਨ੍ਹਾਂ ਦੇ ਬਾਰੇ ਚ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਗੱਲ ਕਰਨੀ ਹੈ, ਜੇ ਕੋਈ ਕੁਐਸਚਨ ਪੁੱਛਣਾ ਚਾਹੁੰਦੇ ਹੋ। ਤੇ ਦੂਸਰਾ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੈਲਥ ਨਾਲ ਕੇ ਘਰੇ ਰਹਿ ਕੇ ਅਸੀਂ ਕਹਿੰਦੇ ਨੇ ਕਿ ਮੇਰੇ ਵਰਗਾ ਇੱਕ ਟਾਈਮ ਮੀਲ ਲੈਂਦਾ ਹੁੰਦਾ ਸੀ, 3-3 ਟਾਈਮ ਖਾਣਾ ਖਾਣ ਲੱਗ ਗਿਆ। ਹੋਰ ਨਹੀਂ ਹੈ ਕੁਝ ਤਾਂ ਚਲੋ ਖਾਣਾ ਹੀ ਬਣਾ ਲਓ। ਤੇ ਉਹ ਵੀ ਵੇਟ ਕਿਹਦਾ ਕਿੰਨਾ ਕੁ ਵਧਿਆ ਔਰ ਉਸ ਵੇਟ ਤੇ ਕਿੱਦਾਂ ਕੰਟਰੋਲ ਕੀਤਾ ਜਾ ਰਿਹਾ। ਗੁਹਾਰ ਸਾਹਿਬ ਹੱਸ ਰਹੇ ਹੋ, ਕੀ ਗੱਲ ਕਿੰਨਾ ਕੁ ਵਧ ਗਿਆ ਤੁਹਾਡਾ ਵੇਟ? ਦੇਖੋ ਜੀ ਇਸ ਵੇਲੇ ਤੇ ਸਾਰੇ ਘਰਾਂ ਦੇ ਵਿੱਚ ਜਿਹੜੇ ਆ ਉਹ ਇੱਕ ਹਿਸਾਬ ਦਾ ਹਲਵਾਈ ਵਰਗਾ, ਹਲਵਾਈ ਵਾਂਗੂ ਕੰਮ ਚੱਲਣ ਡਿਆ ਵਾ। ਕੋਈ ਪਕੌੜੇ ਬਣਾ ਰਿਹਾ, ਕੋਈ ਜਲੇਬ ਬਣਾ ਰਿਹਾ, ਕੋਈ ਕੁਛ ਬਣਾ ਰਿਹਾ। ਮੈਨੂੰ ਲੱਗਦਾ ਆਉਣ ਵਾਲੇ 6 ਮਹੀਨੇ ਇੱਦਾਂ ਰਿਹਾ ਤਾਂ ਕਾਫੀ ਲੋਕਾਂ ਦੇ ਵੇਟ ਜਿਹੜੇ ਆ ਉਹ ਇਨਕਰੀਜ਼ ਹੋਣਗੇ। ਇਨਕਰੀਜ਼ ਹੋ ਜਾਣੀ ਹੈ ਜੀ, ਬਿਲਕੁਲ ਬਿਲਕੁਲ। ਸੋ ਸਿਹਤ ਦੇ ਨਾਲ ਰਿਲੇਟਡ ਕੁਝ ਟਿਪਸ ਅਸੀਂ ਲੈ ਕੇ ਆਵਾਂਗੇ। ਉਹ ਵੀ ਪਾਈਪਲਾਈਨ ਦੇ ਵਿੱਚ ਆ ਪ੍ਰੋਗਰਾਮ, ਔਰ ਇਸ ਤਰ੍ਹਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਇੰਟਰਟੇਨਮੈਂਟ ਗੱਲਾਂ ਬਾਤਾਂ ਵੀ ਕਰਾਂਗੇ, ਤਾਂ ਜੋ ਅਸੀਂ ਤੁਹਾਨੂੰ ਇੰਟਰਟੇਨ ਕਰ ਸਕੀਏ ਥੋੜਾ ਬਹੁਤਾ ਕਿਸੇ ਪਾਸੇ, ਤਾਂ ਜੋ ਤੁਹਾਡਾ ਜਿਹੜਾ ਸਮਾਂ ਇਹ ਜਿਹੜਾ ਦੌਰ ਹੈਗਾ ਇਹ ਯਾਦ ਰਹੇ, ਯਾਦ ਰਹਿਣਾ ਹੀ ਰਹਿਣਾ, ਪਰ ਇੰਨਾ ਬੁਰਾ ਇਹਦੇ ਤੌਰ ਤੇ ਵੀ ਨਾ ਰਹੇ। ਇਹ ਹੋਵੇ ਕਿ ਹਾਂ ਯਾਰ ਉਦੋਂ ਜਦੋਂ ਕਰੋਨਾ ਵਾਇਰਸ ਦਾ ਦੌਰ ਸੀਗਾ ਉਦੋਂ ਅਸੀਂ ਆਹ ਕੀਤਾ ਸੀਗਾ। ਮੇਰੇ ਵਰਗਾ ਕਹੂਗਾ ਕਿ ਜਦੋਂ ਕਰੋਨਾ ਵਾਇਰਸ ਦਾ ਦੌਰ ਸੀਗਾ ਉਦੋਂ ਮੈਂ ਪੀਜ਼ਾ ਬਣਾਉਣਾ ਸਿੱਖਿਆ ਸੀ। ਸੁਖਾਰ ਸਾਹਿਬ ਤੁਸੀਂ ਕੀ ਬਣਾਉਣਾ ਸਿੱਖਿਆ? ਨਹੀਂ ਜੀ, ਮੈਂ ਤੇ ਬਣਾਉਣਾ ਨਹੀਂ ਸਿੱਖਿਆ ਜੀ, ਪਰ ਖਾਣਾ ਹੀ ਇੱਕ ਸਿੱਖਿਆ। ਗੱਲ ਮੈਂ ਜ਼ਰੂਰ ਕਹਾਂਗਾ ਵੀ ਇਸ ਸੰਕਟ ਦੇ ਦੌਰਾਨ ਕੋਈ ਇਹੋ ਜਿਹਾ ਕੰਮ ਜ਼ਰੂਰ ਕਰੋ ਜੋ ਤੁਹਾਨੂੰ ਸਾਰੀ ਉਮਰ ਕਿਸੇ ਨੂੰ ਦੱਸਣ ਲੱਗਿਆ ਫਖਰ ਜ਼ਰੂਰ ਮਹਿਸੂਸ ਹੋਵੇ। ਜੀ ਬਿਲਕੁਲ। ਸੋ ਦੋਸਤੋ ਲਵਾਂਗੇ ਇਜਾਜ਼ਤ ਗੱਲ ਨੂੰ ਵੱਡੀ ਲੰਬੀ ਨਾ ਕਰਦੇ ਹੋਏ, ਔਰ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡੇ ਨਾਲ ਰਾਬਤਾ ਬਣਾਵਾਂਗੇ। ਗੁਹਾਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਣ ਤੋਂ ਪਹਿਲਾਂ ਫਿਰ ਇੱਕ ਵਾਰੀ ਜੇ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ, ਸੇਵਾ ਲੈਣੀ ਚਾਹੁੰਦੇ ਹੋ, ਤਾਂ seva.com.au ਤੇ ਵਿਜ਼ਿਟ ਕਰਕੇ ਇੱਕ ਵਾਰੀ ਆਪਣੇ ਆਪ ਨੂੰ ਰਜਿਸਟਰ ਕਰੋ ਜੀ। ਜ਼ਿੰਦਗੀ ਜਿੰਦਾਬਾਦ ਆ ਜੀ, ਹੱਸਦੇ ਵਸਦੇ ਰਹੋ ਜੀ। ਸਤਿ ਸ਼੍ਰੀ ਅਕਾਲ। ਸ਼ੁਕਰੀਆ।